पिक्स के द्वारा बहुत सारे अवार्ड्स ਜਿਹੜੇ ਉਹ ਦਿੱਤੇ ਜਾਂਦੇ ਆ, ਕਮਿਊਨਿਟੀ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਬੇਸਿਕਲੀ ਜੇ ਗੱਲ ਕਰੀਏ ਉਹਦੇ ਵਿੱਚ ਹੁਣ ਨਵਾਂ ਪ੍ਰੋਜੈਕਟ ਜਿਹੜਾ ਜੁੜਿਆ ਹੈਗਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ, ਉਹ ਜਿਹੜਾ ਹੈ ਉਹ ਕਿੱਥੇ ਪਹੁੰਚ ਗਿਆ? ਪਹਿਲਾਂ ਤਾਂ ਇਹ ਦੱਸੋ, ਪਹਿਲਾਂ ਤਾਂ ਉਹਦਾ ਆਈਡੀਆ ਦੱਸੋ। ਹੁਣ ਵੱਖ-ਵੱਖ ਇਹਨੂੰ ਐਕਸਪਲੇਨ ਕਰਨਾ ਹੋਵੇ ਕਿ ਕਿਹੜੀਆਂ ਸਰਵਿਸਿਜ਼ ਤੁਹਾਡੇ ਦੁਆਰਾ ਦਿੱਤੀਆਂ ਜਾ ਰਹੀਆਂ, ਇੰਡੀਪੈਂਡੈਂਟ ਤੇ ਅਸਿਸਟਡ, ਕੀ ਫਰਕ ਹੈ ਇਹਨਾਂ ਦੇ ਵਿੱਚ? ਲੌਂਗ ਟਰਮ ਕੇਅਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਸਾਰਾ ਪਲਾਨ ਕਦੋਂ ਤੋਂ ਪਲੈਨਿੰਗ ਸ਼ੁਰੂ ਹੋ ਗਈ? ਕਿਹੜੇ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਿਆ? ਕਿਉਂਕਿ ਤੁਸੀਂ ਦੱਸਿਆ ਕਿ ਸਿਟੀ ਦੇ ਨਾਲ ਵੀ ਅਸੀਂ ਦੇਖਿਆ ਕਿ ਉਹ ਥੋੜਾ ਜਿਹਾ ਡਿਫਰੈਂਟ ਕਰ ਦਿੰਦੇ ਆ, ਪ੍ਰੋਵਿੰਸ ਵਾਲੇ ਆ ਜਿਹੜੇ ਉਹਨਾਂ ਦਾ ਸਾਥ ਕਿਸ ਤਰ੍ਹਾਂ ਰਿਹਾ, ਕਿਸ ਤਰ੍ਹਾਂ ਨਾਲ ਜਿਹੜਾ ਪਲਾਨ ਜਿਹੜਾ ਉਹਨਾਂ ਤੱਕ ਪਹੁੰਚਾਇਆ ਗਿਆ, ਕਿਸ ਤਰ੍ਹਾਂ ਅਪਰੂਵਮੈਂਟ ਮਿਲੀ ਕਿ ਅਪਰੂਵ ਹੋ ਗਿਆ ਹੁਣ ਇਹ ਪ੍ਰੋਜੈਕਟ? ਕੋ ਅੜਚਨ ਆਈ ਸੀ ਵੀ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇਹਦਾ ਐਕਸੈਸ ਜਿਹੜਾ ਨਾ 64 ਤੋਂ ਨਹੀਂ ਤੁਹਾਨੂੰ ਡਾਇਰੈਕਟ ਮਿਲਣਾ, ਤੁਹਾਨੂੰ ਸਾਈਡ ਤੋਂ ਇੱਕ ਰੋਡ ਜਾਂਦੀ ਉਸ ਤੋਂ ਲੈਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕਹਿੰਦੇ ਨੇ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਹਰ ਕੋਈ ਕਰਦਾ ਅਣਥੱਕ ਮਿਹਨਤ, ਪਰ ਕਿਸੇ ਲਈ ਕਰਦਾ ਵਿਰਲਾ ਕੋਈ। ਅਜਿਹੀ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਪਿਕਸ ਸੁਸਾਇਟੀ ਦੇ ਵੱਲੋਂ, ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ। ਤੁਸੀਂ ਬਖੂਬੀ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ, ਲੰਮੇ ਅਰਸੇ ਤੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਇਸ ਸੁਸਾਇਟੀ ਦੁਆਰਾ ਦਿੱਤੀਆਂ ਜਾਂਦੀਆਂ ਨੇ। ਚਾਹੇ ਅਸੀਂ ਕੈਨੇਡਾ ਦੇ ਵਿੱਚ ਨਵੇਂ ਆਏ ਹੋਈਏ, ਚਾਹੇ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰ ਲਈਏ, ਤੇ ਅਸੀਂ ਹੋਰ ਬਹੁਤ ਸਾਰੀਆਂ ਸਰਵਿਸਿਜ਼, ਯੂਥ ਦੀ ਗੱਲ ਕਰ ਲਈਏ, ਗਨਸ ਗੈਂਗ ਨੂੰ, ਯੂਥ ਨੂੰ ਉੱਥੋਂ ਦੂਰ ਕਰਨਾ, ਹੋਰ ਬਹੁਤ ਸਾਰੀਆਂ ਰੈਲੀਆਂ ਦੀ ਗੱਲ ਕਰ ਲਈਏ। ਪਤਾ ਹੀ ਨਹੀਂ ਕਿਹੜੇ ਕੰਮ ਇਸ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਨੇ, ਫ੍ਰੀ ਆਫ ਕਾਸਟ, ਵਲੰਟੀਅਰਲੀ ਜਿਹੜਾ ਸਰਵਿਸਿਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਪਰ ਹੁਣ ਜਦੋਂ ਦੂਜੇ ਪਾਸੇ ਗੱਲ ਆਉਂਦੀ ਹੈ ਲੌਂਗ ਟਰਮ ਕੇਅਰ ਹੋਮਸ ਦੀ, ਉਹਦੇ ਲਈ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਜਿਹੜਾ ਲੈ ਕੇ ਆਂਦਾ ਜਾ ਰਿਹਾ ਇੱਕ ਨਵਾਂ ਪ੍ਰੋਜੈਕਟ ਪਿਕਸ ਦੇ ਦੁਆਰਾ। ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਇਸ ਦੀਆਂ ਪਲੈਨਿੰਗਸ ਚੱਲ ਰਹੀਆਂ ਸੀ, ਪਰ ਹੁਣ ਕੋਵਿਡ ਕਰਕੇ ਇਹ ਥੋੜਾ ਜਿਹਾ ਡਿਲੇ ਹੋ ਗਿਆ ਪ੍ਰੋਜੈਕਟ। ਪਰ ਪ੍ਰੋਜੈਕਟ ਜਿਹੜਾ ਜ਼ਰੂਰ ਬਣੇਗਾ। ਬਹੁਤ ਸਾਰੇ ਬੈਡਸ ਸਾਡੇ ਸੀਨੀਅਰਸ ਦੇ ਲਈ ਇਸ ਵਿੱਚ ਆ ਰਹੇ ਨੇ, ਪਰ ਸੇਵਾਵਾਂ ਕਿਹੜੀਆਂ ਹੋਣਗੀਆਂ, ਕਿਸ ਤਰ੍ਹਾਂ ਦੇ ਨਾਲ ਇਹ ਵਰਕ ਕਰੇਗਾ, ਕਿਹੜੀਆਂ ਲੋਕ ਇਹਦੇ ਵਿੱਚ ਸ਼ਾਮਿਲ ਹੋਣਗੇ, ਇਹ ਸਭ ਦੀ ਜਾਣਕਾਰੀ ਦੇ ਲਈ ਇੱਕ ਸ਼ਖਸੀਅਤ ਜਿਹੜੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੀ ਹੋਈ ਹੈ। ਜੇ ਉਹਨਾਂ ਦਾ ਗੱਲ ਕਰਾਂ ਤਾਂ 20 ਤੋਂ 25 ਸਾਲ ਦਾ ਉਹਨਾਂ ਦਾ ਤਜਰਬਾ ਹੈਗਾ ਪਿਕਸ ਦੇ ਨਾਲ, ਕਿਉਂਕਿ ਉਹਨਾਂ ਨੇ ਸ਼ੁਰੂ ਕੀਤਾ ਸੀ ਫਰੰਟ ਲਾਈਨ ਸਰਵਿਸਿਜ਼ ਤੋਂ, ਫਰੰਟ ਲਾਈਨਰ ਤੋਂ, ਤੇ ਉਸ ਤੋਂ ਬਾਅਦ ਮੈਨੇਜਰ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਦਿੰਦੇ ਹੋਏ ਹੁਣ ਪਿਕਸ ਦੇ CEO ਬਣ ਗਏ ਨੇ। ਮੈਂ ਗੱਲ ਕਰ ਰਹੀ ਹਾਂ ਸਤਬੀਰ ਸਿੰਘ ਚੀਮਾ ਦੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ਦੀਪ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਸਟੂਡੀਓ ਦੇ ਵਿੱਚ ਆਉਂਦੇ ਆ ਟਾਈਮ ਟੂ ਟਾਈਮ, ਚਾਹੇ ਪਿਕਸ ਦਾ ਕੋਈ ਵੀ ਰੈਲੀ ਕਰਨੀ ਹੋਵੇ, ਚਾਹੇ ਪਿਕਸ ਦੇ ਦੁਆਰਾ ਕੋਈ ਵੀ ਚੀਜ਼ ਕਰਨੀ ਹੋਵੇ, ਕੋਈ ਵੀ ਨਵੀਂ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੋਵੇ, ਜਾਂ ਜਿਹੜੀਆਂ ਵੀ ਚੀਜ਼ਾਂ ਹੋਣ, ਉਹਦੇ ਲਈ ਟਾਈਮ ਟੂ ਟਾਈਮ ਇਨਫੋਰਮੇਸ਼ਨ ਤੁਸੀਂ ਪਹੁੰਚਾਉਂਦੇ ਰਹਿੰਦੇ ਆ। ਪਿਕਸ ਦੇ ਦੁਆਰਾ ਬਹੁਤ ਸਾਰੇ ਅਵਾਰਡਸ ਜਿਹੜੇ ਉਹ ਦਿੱਤੇ ਜਾਂਦੇ ਆ, ਕਮਿਊਨਿਟੀ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਬੇਸਿਕਲੀ ਜੇ ਗੱਲ ਕਰੀਏ ਉਹਦੇ ਵਿੱਚ ਹੁਣ ਨਵਾਂ ਪ੍ਰੋਜੈਕਟ ਜਿਹੜਾ ਜੁੜਿਆ ਹੈਗਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ, ਉਹ ਜਿਹੜਾ ਹੈ ਉਹ ਕਿੱਥੇ ਪਹੁੰਚ ਗਿਆ? ਪਹਿਲਾਂ ਤਾਂ ਇਹ ਦੱਸੋ, ਪਹਿਲਾਂ ਤਾਂ ਉਹਦਾ ਆਈਡੀਆ ਦੱਸੋ, ਕਿਉਂਕਿ ਉਸ ਜਦੋਂ ਕੋਵਿਡ ਦੀ ਗੱਲ ਆਉਂਦੀ ਹੈ ਤੇ ਕੋਵਿਡ ਤੋਂ ਪਹਿਲਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹਦੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹ ਹੈ ਕੀ? ਅਰਸ਼ਦੀਪ, ਜਿਵੇਂ ਤੁਸੀਂ ਜਾਣਦੇ ਜੇ ਪਿਕਸ ਇੱਕ ਕਮਿਊਨਿਟੀ ਆਰਗੇਨਾਈਜੇਸ਼ਨ ਹੈ ਤੇ ਪਿਛਲੇ ਆਲਮੋਸਟ 34 ਸਾਲ ਤੋਂ ਅਸੀਂ ਕਮਿਊਨਿਟੀ ਦੀ ਸਰਵਿਸਿਜ਼ ਦੇ ਰਹੇ ਹਾਂ ਜੀ। ਪਹਿਲਾਂ ਅਸੀਂ ਸ਼ੁਰੂ 'ਚ ਫਾਰਮ ਵਰਕਰਸ ਲਈ ਕੰਮ ਕਰਦੇ ਸੀਗੇ, ਫਿਰ ਹੌਲੀ ਇੰਪਲੋਇਮੈਂਟ ਪ੍ਰੋਗਰਾਮ ਸ਼ੁਰੂ ਕੀਤੇ, ਸੈਟਲਮੈਂਟ ਸਰਵਿਸਿਜ਼ ਸ਼ੁਰੂ ਕੀਤੀਆਂ, ਲੈਂਗੁਏਜ ਸਰਵਿਸਿਜ਼ ਕੀਤੀਆਂ, ਟ੍ਰੇਨਿੰਗ ਸ਼ੁਰੂ ਕੀਤੀ। ਨਾਲ ਇਹ ਮਹਿਸੂਸ ਹੋਇਆ ਵੀ ਬਜ਼ੁਰਗਾਂ ਲਈ ਵੀ ਸਰਵਿਸਿਜ਼ ਦੀ ਲੋੜ ਆ, ਤੇ ਬਜ਼ੁਰਗਾਂ ਦੇ ਰਹਿਣ ਦੀ ਜਾਂ ਜਦੋਂ ਉਹਨਾਂ ਨੂੰ ਜ਼ਰੂਰਤ ਹੋਏ, ਘਰ ਉਹਨਾਂ ਦੀ ਪੂਰੀ ਟੇਕ ਕੇਅਰ ਨਾ ਹੋ ਸਕੇ, ਤੇ ਉਸ ਟਾਈਪ ਦੀ ਉਹਨਾਂ ਲਈ ਰਹਿਣ ਦੀ ਸੰਸਥਾ ਬਣਾਉਣ ਦੀ ਜ਼ਰੂਰਤ ਸਮਝੀ ਗਈ ਸੀ। ਉਹ ਦੇਖਦੇ ਹੋਏ ਅਸੀਂ ਪਹਿਲਾਂ ਇੰਡੀਪੈਂਡੈਂਟ ਲਿਵਿੰਗ, ਜਿਹਨੂੰ ਸਪੋਰਟਡ ਲਿਵਿੰਗ ਕਹੀਦਾ, ਉਹ ਬਣਾਇਆ ਸੀਗਾ। ਉਹਦੇ ਬਾਅਦ ਫਿਰ ਅਸਿਸਟਡ ਲਿਵਿੰਗ ਬਣਾਇਆ ਸੀਗਾ। ਪਰ ਮਹਿਸੂਸ ਹੋਇਆ ਵੀ ਨਹੀਂ, ਇਸ ਤੋਂ ਜਿਹੜੀ ਨੈਕਸਟ ਸਟੇਜ ਆ, ਜਿਹੜੀ ਕਿ ਲੌਂਗ ਟਰਮ ਕੇਅਰ ਹੁੰਦੀ, ਉਹਦੀ ਵੀ ਜ਼ਰੂਰਤ ਬਹੁਤ ਜ਼ਿਆਦਾ, ਕਿਉਂਕਿ ਆਪਣੇ ਕਮਿਊਨਿਟੀ ਲਈ ਐਕਸਕਲੂਸਿਵਲੀ ਕੋਈ ਵੀ ਇਹੋ ਜਿਹਾ ਜਿਹੜੀ ਇੰਸਟੀਟਿਊਟ ਹੈ ਨਹੀਂ ਗੀ। ਤੇ ਕਿਉਂਕਿ ਜ਼ਰੂਰਤ ਹੈਗੀ ਹੈ। ਘਰ ਤੁਸੀਂ ਵੇਖਿਆ, ਅਸੀਂ ਆਪਣੇ ਬਜ਼ੁਰਗਾਂ ਨੂੰ ਪੂਰਾ ਟਾਈਮ ਨਹੀਂ ਕਈ ਵਾਰ ਦੇ ਸਕਦੇ, ਉਹ ਜਿਸ ਟਾਈਪ ਦੀ ਉਹਨਾਂ ਨੂੰ ਹੈਲਪ ਦੀ ਲੋੜ ਆ, ਅਸੀਂ ਟ੍ਰੇਨਡ ਹੀ ਨਹੀਂ ਹੁੰਦੇ ਉਹਨਾਂ ਨੂੰ ਉਸ ਟਾਈਪ ਦੀ ਹੈਲਪ ਦੇਣ ਲਈ। ਠੀਕ ਹੈ, ਜਦੋਂ ਲੋੜ ਹੋਏ
ਤੇ ਜੇ ਉਹਨਾਂ ਨੂੰ ਪ੍ਰੋਪਰ ਕੇਅਰ ਨਾ ਮਿਲੇ ਤੇ ਇਟਸ ਨਾਟ ਫੇਅਰ ਟੂ them ਜੀ। ਸੋ ਇਹ ਸਾਰਾ ਕੁਝ ਦੇਖਦਿਆਂ ਫਿਰ ਅਸੀਂ ਕਿਹਾ ਵੀ ਜਿਹੜੀ ਨੈਕਸਟ ਸਟੇਜ ਹੈ ਲੌਂਗ ਟਰਮ ਕੇਅਰ ਫੈਸਿਲਿਟੀ, ਇਹਦਾ ਵੀ ਆਪਣੀ ਕਮਿਊਨਿਟੀ ਲਈ ਬਣਾਉਣਾ ਬਹੁਤ ਜ਼ਰੂਰੀ ਹੈ। ਬੜੇ ਚਿਰ ਦੇ ਅਸੀਂ ਟਰਾਈ ਕਰ ਰਹੇ ਸੀ, ਜ਼ਮੀਨ ਵੀ ਲੈ ਲਈ ਸੀ, ਪਰ ਕੋਸ਼ਿਸ਼ਾਂ ਦੇ ਬਾਵਜੂਦ ਥੋੜਾ ਟਾਈਮ ਜ਼ਿਆਦਾ ਲੱਗਣ ਲੱਗ ਪਿਆ ਜੀ। ਪਿਛਲੇ ਸਾਲ ਸਾਨੂੰ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਸਾਨੂੰ ਇਹਦੀ ਮਨਜ਼ੂਰੀ ਦੇ ਦਿੱਤੀ ਸੀਗੀ ਤੇ ਇਨਫੈਕਟ ਉਹਨਾਂ ਨੇ ਆਊਟ ਆਫ ਦੀ ਵੇ ਜਾ ਕੇ ਜਿਹੜੇ ਸਾਡੇ ਮਿਨਿਸਟਰ ਆਫ ਹੈਲਥ ਨੇ ਏਰੀਅਨ ਡਿਕ ਸਾਹਿਬ, ਉਹਨਾਂ ਨੇ ਕਿਹਾ ਵੀ ਨਹੀਂ ਇਹ ਤੇ ਬਹੁਤ ਜ਼ਰੂਰੀ ਹੈ, ਕਾਫੀ ਡਿਲੇ ਹੋ ਚੁੱਕਿਆ ਪਰ ਇਹਨੂੰ ਹੁਣ ਮਨਜ਼ੂਰੀ ਦਿਓ ਜੀ। ਮਨਜ਼ੂਰੀ ਮਿਲ ਗਈ, ਸਾਰਾ ਕੁਝ ਠੀਕ ਹੋ ਗਿਆ, ਪਰ ਕੋਵਿਡ ਕਰਕੇ ਥੋੜਾ ਨਾ, ਕਿਉਂਕਿ ਇਹਦਾ ਪਲੈਨਿੰਗ ਜਿਹੜੀ ਬੜੀ ਜ਼ਰੂਰੀ ਹੁੰਦੀ, ਉਹਦੇ ਜਿਹੜੇ ਪਲਾਨਸ ਨੇ, ਜਿਹੜੇ ਸਕੀਮੈਟਿਕ ਡਿਜ਼ਾਈਨ ਆ, ਉਹ ਸਾਰਾ ਫਰੇਜ਼ਰ ਹੈਲਥ ਦੀ ਇਨਵੋਲਵਮੈਂਟ ਦੇ ਨਾਲ ਬਣਨਾ ਸੀਗਾ। ਓਕੇ, ਵੀ ਕੀ ਕੁਛ ਸਾਨੂੰ ਚਾਹੀਦਾ, ਕੁਛ ਕੋਵਿਡ ਕਰਕੇ ਸਾਡੀਆਂ ਜਿਹੜੀਆਂ ਰਿਕੁਆਇਰਮੈਂਟਸ ਚੇਂਜ ਵੀ ਹੋ ਗਈਆਂ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿੰਨਾ ਕੋਵਿਡ ਨੇ ਤੜਥੱਲੀ ਮਚਾਈ ਆ ਲੌਂਗ ਟਰਮ ਕੇਅਰ ਫੈਸਿਲਿਟੀਜ਼ ਵਿੱਚ, ਅਨਬਲੀਵੇਬਲ। ਜੀ, ਹੁਣ ਪਤਾ ਲੱਗ ਗਿਆ ਸੀ ਵੀ ਇਹ ਜਿਹੜੀਆਂ ਖਾਮੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਅੱਗੇ ਤੋਂ ਨਾ ਹੋਣ ਵਿੱਚ, ਤੇ ਇਸ ਕਰਕੇ ਉਹ ਡਿਜ਼ਾਈਨ ਚੇਂਜਸ ਲਿਆਉਣੀਆਂ ਪਈਆਂ। ਉਹ ਡਿਜ਼ਾਈਨ ਚੇਂਜਸ ਅਸੀਂ ਜਿਹੜੀਆਂ ਕਰਦੇ ਆ ਫਿਰ ਉਹ ਸਿਟੀ ਤੋਂ ਵੀ ਅਪਰੂਵ ਕਰਾਉਣੀਆਂ ਪੈਂਦੀਆਂ। ਉਹ ਸਿਟੀ ਦਾ ਆਪਣੇ ਰੂਲਸ ਨੇ, ਫਰੇਜ਼ਰ ਹੈਲਥ ਦੀਆਂ ਆਪਣੀਆਂ ਰਿਕੁਆਇਰਮੈਂਟਸ ਨੇ, ਤਾਂ ਸਾਡੀ ਕੋਸ਼ਿਸ਼ ਹੈ ਵੀ ਰਲ ਮਿਲ ਕੇ ਕੰਮ ਜਿਹੜਾ ਨਾ ਛੇਤੀ ਇਹਨੂੰ ਅੱਗੇ ਪਹੁੰਚਾਇਆ ਜਾਏ। ਹੁਣ ਪਿਛਲੇ ਹਫਤੇ ਮੇਅਰ ਸਾਹਿਬ ਆਏ ਸੀ, ਉਹ ਕਹਿੰਦੇ ਸੀ ਮੈਂ ਇਹ ਤੁਹਾਡੇ ਜਿਹੜੇ ਇਹਦਾ ਜਿਹੜੀ ਡਿਜ਼ਾਈਨ ਦਾ ਜਿਹੜਾ ਡਿਵੈਲਪਮੈਂਟ ਪਰਮਿਟ ਹੈ ਤੇ ਬਿਲਡਿੰਗ ਪਰਮਿਟ ਹੈ ਉਹਨੂੰ ਫਾਸਟ ਟਰੈਕ ਕਰਾਉਂਗਾ, ਕਿਉਂਕਿ ਕਮਿਊਨਿਟੀ ਦਾ ਬਹੁਤ ਇੰਪੋਰਟੈਂਟ ਪ੍ਰੋਜੈਕਟ ਹੈ। ਸੋ ਅਸੀਂ ਤਾਂ ਇਹੀ ਹੋਪ ਕਰ ਰਹੇ ਹਾਂ, ਅਸੀਂ ਉੱਥੇ ਆਪਣੀ ਐਪਲੀਕੇਸ਼ਨ ਪਾਈ ਹੋਈ ਹੈ। ਹੋਪਫੁਲੀ ਨਵੰਬਰ ਤੱਕ ਸਾਡਾ ਜਿਹੜਾ ਡੀਪੀ ਸਾਨੂੰ ਮਿਲ ਜਾਣਾ ਚਾਹੀਦਾ। ਜਦੋਂ ਉਹ ਮਿਲ ਜਾਏਗਾ ਫਿਰ ਅਸੀਂ ਬਿਲਡਿੰਗ ਪਰਮਿਟ ਲਈ ਅਪਲਾਈ ਕਰਨਾ। ਐਸ ਸੂਨ ਐਜ਼ ਉਹ ਹੋ ਜਾਂਦਾ ਫਿਰ ਅਸੀਂ ਉਹ ਕਹਿੰਦੇ ਆ ਨਾ ਆਪਣਾ ਗਰਾਊਂਡ ਬ੍ਰੇਕਿੰਗ ਸੈਰੇਮਨੀ ਕਰਕੇ ਤੇ ਉਹਦੀ ਕੰਸਟਰਕਸ਼ਨ ਸ਼ੁਰੂ ਕਰਨੀ ਹੈ। ਸਾਡੇ ਵੱਲੋਂ ਪੂਰੀ ਤਿਆਰੀ ਹੈ, ਕੰਮ ਚੱਲ ਰਿਹਾ ਤੇ ਪਰ ਬਿਹਾਈਂਡ ਦਾ ਸੀਨਸ ਚੱਲ ਰਿਹਾ ਇਸ ਵੇਲੇ। ਜੀ ਬਿਲਕੁਲ, ਤੁਸੀਂ ਜਿਵੇਂ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਇਹਦਾ ਪਲਾਨ ਹੋਇਆ, ਕਿਸ ਤਰ੍ਹਾਂ ਦੀਆਂ ਰੁਕਾਵਟਾਂ ਜਿਹੜੀਆਂ ਆ ਰਹੀਆਂ ਨੇ, ਪਰ ਇਹ ਹੈ ਕਿ ਪਿੱਛੇ ਬੈਕਗ੍ਰਾਉਂਡ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜਦੋਂ ਕੰਮ ਦੀ, ਤੇ ਕੰਮ ਚੱਲ ਰਿਹਾ। ਇਹ ਨਹੀਂ ਕਿ ਇਹਦੇ ਉੱਤੇ ਕੰਮ ਨਹੀਂ ਚੱਲ ਰਿਹਾ, ਇਹ ਕੰਮ ਚੱਲ ਰਿਹਾ, ਪਰ ਪ੍ਰੋਸੈਸ ਹੈ ਜਿਹੜੇ ਪ੍ਰੋਸੈਸ ਦੇ ਥਰੂ ਹੋ ਕੇ ਇਹਨੇ ਲੰਘਣਾ ਹੈ। ਹੁਣ ਤੁਸੀਂ ਗੱਲ ਕੀਤੀ ਹੈ ਅਸਿਸਟੈਂਟ ਲਿਵਿੰਗ ਦੀ, ਇੰਡੀਪੈਂਡੈਂਟ ਲਿਵਿੰਗ ਦੀ ਤੇ ਲੌਂਗ ਟਰਮ ਦੀ। ਹੁਣ ਇਸ ਸਹੂਲਤਾਂ ਜਿਹੜੀਆਂ ਨੇ ਇਹਦੇ ਲਈ ਲਾਈਨ ਵੀ ਬਹੁਤ ਜ਼ਿਆਦਾ ਲੰਬੀ ਹੈਗੀ ਹੈ, ਕਤਾਰ ਲੰਬੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਦੀ ਜ਼ਰੂਰਤ ਹੈਗੀ ਹੈ। ਹੁਣ ਵੱਖ-ਵੱਖ ਇਹਨੂੰ ਐਕਸਪਲੇਨ ਕਰਨਾ ਹੋਵੇ ਕਿ ਕਿਹੜੀਆਂ ਸਰਵਿਸਿਜ਼ ਤੁਹਾਡੇ ਦੁਆਰਾ ਦਿੱਤੀਆਂ ਜਾ ਰਹੀਆਂ, ਇੰਡੀਪੈਂਡੈਂਟ ਤੇ ਅਸਿਸਟਡ, ਕੀ ਫਰਕ ਹੈ ਇਹਨਾਂ ਦੇ ਵਿੱਚ? ਜਿਹੜੇ ਇੰਡੀਪੈਂਡੈਂਟ ਲਿਵਿੰਗ ਹੈ ਉਹ ਹੈਗਾ ਵੀ ਜਿਹੜੇ ਬਜ਼ੁਰਗ ਆਪਣਾ ਵੱਖਰਾ ਰਹਿਣਾ ਚਾਹੁੰਦੇ, ਆਪਣੇ ਮਤਲਬ ਦੇ ਡੋਂਟ ਵਾਂਟ ਟੂ ਬੀ ਡਿਪੈਂਡੈਂਟ ਔਨ ਐਨੀਬਡੀ, ਉਹਨਾਂ ਕੋਲ ਆਪਣਾ ਰਹਿਣ ਦੀ ਜਿਹੜੀ ਆ ਸੁਵਿਧਾ ਹੈਗੀ ਆ, ਫੈਮਿਲੀ ਜਾਂ ਵਿੱਚ ਐਡਜਸਟਮੈਂਟ ਦੀ ਕੋਈ ਇਸ਼ੂ ਹੈ, ਵਾਟ ਐਵਰ ਇਟ ਇਜ਼, ਉਹ ਉਹਨਾਂ ਨੂੰ ਰਹਿਣ ਲਈ ਉਹ ਜਗ੍ਹਾ ਮਿਲੀ ਹੋਈ ਹੈ ਤਾਂ ਕਿ ਸਾਰੇ ਬਜ਼ੁਰਗ ਜਿਹੜੇ ਉਹ ਇਕੱਠੇ, ਉੱਥੇ ਮਾਹੌਲ ਇਹੋ ਜਿਹਾ ਹੁੰਦਾ, ਸਵੇਰ ਤੋਂ ਸ਼ਾਮ ਉਹ ਸ਼ਾਮ ਨੂੰ ਸੌਂਦੇ ਆਪਣੇ ਆਪਣੇ ਕਮਰੇ 'ਚ ਨੇ, ਬਾਕੀ ਸਾਰਾ ਟਾਈਮ ਉਹ ਦੇ ਆਰ ਫ੍ਰੀ ਐਂਡ ਦੇ ਆਰ ਆਲਵੇਜ਼ ਇੰਟਰੈਕਟਿੰਗ ਵਿਦ ਈਚ ਅਦਰ। ਉੱਥੇ ਉਹਨਾਂ ਦੇ ਮੀਟਿੰਗ ਰੂਮ ਬਣੇ ਹੋਏ ਨੇ, ਪਲੇ ਰੂਮ ਬਣੇ ਹੋਏ ਨੇ, ਕਮਿਊਨਿਟੀ ਰੂਮ ਬਣੇ ਹੋਏ ਨੇ, ਤੇ ਸਾਂਝਾ ਮਾਹੌਲ ਬਣਿਆ ਹੁੰਦਾ ਉਹਨਾਂ ਦਾ। ਜਿਹੜਾ ਅਸਿਸਟਡ ਲਿਵਿੰਗ ਹੈ ਉੱਥੇ ਉਹ ਬਜ਼ੁਰਗ ਨੇ ਜਿਨ੍ਹਾਂ ਨੂੰ ਥੋੜੀ ਹੈਲਪ ਦੀ ਲੋੜ ਹੈ। ਹੈਲਪ ਤੋਂ ਮਤਲਬ ਕਈ ਵਾਰ ਹੁੰਦਾ ਨਾ ਬਜ਼ੁਰਗ ਕੋਲੋਂ ਨਹਾਤਾ ਨਹੀਂ ਜਾਂਦਾ, ਕੱਪੜੇ ਨਹੀਂ ਪਾਏ ਜਾਂਦੇ, ਜਾਂ ਖਾਣਾ ਖਾਣ ਲੱਗਿਆ ਕੋਈ ਇਸ਼ੂ ਆ ਜਾਂਦਾ, ਦਵਾਈ ਲੈਣਾ ਭੁੱਲ ਜਾਂਦੇ ਨੇ। ਸੋ ਉਹ ਬਜ਼ੁਰਗਾਂ ਲਈ ਉਹ ਜਗ੍ਹਾ ਬਣੀ ਹੋਈ ਹੈ। ਇਹ ਬਜ਼ੁਰਗ ਜਿਹੜੇ ਨੇ ਇਹਨਾਂ ਨੂੰ ਫਰੇਜ਼ਰ ਹੈਲਥ ਵਾਲੇ ਜਿਹੜੇ ਨਾ ਉਹ ਰੈਫਰ ਕਰਦੇ ਨੇ। ਜਦੋਂ ਅਸੈਸ ਕਰ ਲੈਂਦੇ ਨੇ ਵੀ ਇਸ ਬਜ਼ੁਰਗ ਨੂੰ ਹੁਣ ਇਸ ਸੁਵਿਧਾ ਦੀ ਲੋੜ ਹੈ, ਫਿਰ ਉਹਨਾਂ ਦਾ ਨਾਂ ਸਾਡੇ ਕੋਲ ਉਹ ਲਿਸਟ ਵਿੱਚ ਪਾ ਦਿੰਦੇ ਨੇ, ਤੇ ਜੇ ਜਦੋਂ ਵੈਕੈਂਸੀ ਹੁੰਦੀ ਆ ਉਹਨਾਂ ਦਾ ਆਟੋਮੈਟਿਕਲੀ ਨਾਂ ਆ ਜਾਂਦਾ। ਜਿਹੜੀ ਇੰਡੀਪੈਂਡੈਂਟ ਲਿਵਿੰਗ ਹੈ ਉਹ ਡਾਇਰੈਕਟਲੀ ਅਗਲਿਆਂ ਨੇ ਆਪਣੇ ਆਪਣੇ ਉੱਤੇ ਰਜਿਸਟਰ ਕਰਾਏ ਹੋਏ ਨੇ ਨਾਂ। ਪਰ ਉੱਥੇ ਇਸ ਵੇਲੇ ਸਾਡੇ ਕੋਲ ਆਲਮੋਸਟ 1500 ਦੀ ਵੇਟਿੰਗ ਲਿਸਟ ਹੈ, ਮਤਲਬ ਇੰਨੀ ਜ਼ਿਆਦਾ ਡਿਮਾਂਡ ਹੈ। ਮਤਲਬ ਬਜ਼ੁਰਗ ਰਹਿਣਾ ਚਾਹੁੰਦੇ ਨੇ ਪਰ ਉਹ ਜਗ੍ਹਾ ਹੀ ਹੈ ਨਹੀਂ ਗੀ, ਠੀਕ ਹੈ ਨਾ, ਕਿਉਂਕਿ ਸਬਸਿਡਾਈਜ਼ਡ ਹੈ, ਸਪੋਰਟਡ ਲਿਵਿੰਗ ਹੈ, ਮਾਹੌਲ ਬਹੁਤ ਚੰਗਾ, ਸੇਫ ਹੈ, ਸਿਕਿਉਰ ਹੈ, ਤੇ ਅਸੀਂ ਤਾਂ ਚਾਹੁੰਦੇ ਵੀ ਉਹੋ ਜਿਹੇ ਹੋਰ ਜਿਹੜੇ ਆ ਬਿਲਡਿੰਗਸ ਬਣਨ। ਬਟ ਬੀਇੰਗ ਅ ਨਾਨ ਪ੍ਰੋਫਿਟ ਸਾਡੇ ਕੋਲ ਲਿਮਿਟੇਸ਼ਨਸ ਨੇ। ਜੀ, ਲੌਂਗ ਟਰਮ ਦੀ ਜਦੋਂ ਤੁਸੀਂ ਗੱਲ ਕਰਦੇ ਹੈਗੇ ਆ, ਹੁਣ ਅਸਿਸਟੈਂਟ ਤੇ ਇੰਡੀਪੈਂਡੈਂਟ ਦੀਆਂ ਆਲਰੇਡੀ ਸਰਵਿਸਿਜ਼ ਤੁਹਾਡੇ ਦੁਆਰਾ ਦਿੱਤੀਆਂ ਜਾ ਰਹੀਆਂ ਨੇ, ਉਹ ਆਈਡੀਆ ਕਿਵੇਂ ਆਇਆ ਕਿ ਲੌਂਗ ਟਰਮ ਦੀ ਵੀ ਲੋੜ ਹੈਗੀ ਹੈ? ਕਿਉਂਕਿ ਲੌਂਗ ਟਰਮ ਹੋਰ ਵੀ ਹੈਗੇ ਆ, ਜਦੋਂ ਕਲਚਰਲੀ ਸੈਂਸਿਟਿਵ ਦੀ ਗੱਲ ਆ ਜਾਂਦੀ ਹੈ ਉਹਦੇ ਤੋਂ ਕੀ ਮਤਲਬ ਹੋ ਜਾਂਦਾ? ਉਹ ਕਲਚਰਲੀ ਸੈਂਸਿਟਿਵ ਹੈ ਵੀ ਹੁਣ ਜਿਵੇਂ ਆਪਣੇ ਬਜ਼ੁਰਗ ਆ, ਆਪਣੇ ਕਲਚਰ ਵਿੱਚ ਜਾਂ ਕੋਈ ਵੀ ਸੁਸਾਇਟੀ ਵਾਲੇ ਜਿਹੜੇ ਨੇ, ਉਹ ਆਪਾਂ ਗਿੱਝੇ ਹੁੰਦੇ ਆਪਣੇ ਤਰ੍ਹਾਂ ਦਾ ਖਾਣਾ ਖਾਣਾ, ਆਪਣਾ ਪਹਿਰਾਵਾ, ਆਪਣਾ ਮਾਹੌਲ, ਆਪਣੀ ਬੋਲੀ,
ਆਪਣੇ ਜਿਹੜੇ ਕਲਚਰਲ ਇਵੈਂਟਸ ਨੇ ਅਸੀਂ ਉਹੀ ਇੰਜੋਏ ਕਰਦੇ ਹਾਂ, ਠੀਕ ਹੈ। ਜਦੋਂ ਤੁਸੀਂ ਕਿਸੇ ਗੋਰਿਆਂ ਦੀ ਫੈਸਿਲਿਟੀ ਵਿੱਚ ਜਾ ਕੇ ਫਿਟ ਇਨ ਹੋ ਜਾਂਦੇ, ਤੁਹਾਨੂੰ ਉਹ ਖਾਣਾ 'ਚ ਵੀ ਆਪਣੀ ਐਡਜਸਟਮੈਂਟ ਕਰਨੀ ਪੈਂਦੀ, ਬੋਲੀ 'ਚ ਵੀ, ਪਹਿਰਾਵੇ 'ਚ ਵੀ। ਉਹ ਤੁਹਾਨੂੰ ਕਈ ਵਾਰ ਤੁਸੀਂ ਜੂਸ ਮੰਗਦੇ ਜੇ ਤੁਹਾਨੂੰ ਸੂਪ ਦੇ ਦਿੰਦੇ ਆ, ਸੋ ਪਤਾ ਨਹੀਂ ਲੱਗਦਾ, ਕਮਿਊਨੀਕੇਸ਼ਨ ਦੀ ਨਾ ਇੱਕ ਗੈਪ ਆ ਜਾਂਦਾ। ਤੁਸੀਂ ਆਪਣੇ ਮਠਿਆਈ ਭਾਲਦੇ ਜੇ ਉਹ ਤੁਹਾਨੂੰ ਉਹ ਡੋਨਟਸ ਫੜਾ ਜਾਂਦੇ। ਸੋ ਇਹ ਦੇਰ ਇਜ਼ ਅ ਡਿਫਰੈਂਸ। ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਲੋੜ ਆ, ਉਹਨਾਂ ਨੂੰ ਉਹ ਮਾਹੌਲ ਮਿਲੇ ਜਿੱਥੇ ਉਹਨਾਂ ਨੂੰ ਲੱਗੇ ਕਿ ਨਹੀਂ, ਜਿੱਦਾਂ ਮੈਨੂੰ ਘਰ 'ਚ ਸਾਰੇ ਕੁਝ ਬੱਚੇ ਸਾਂਭਦੇ ਸੀਗੇ ਉੱਦਾਂ ਹੀ ਇੱਥੇ ਸਾਂਭਿਆ ਜਾ ਰਿਹਾ। ਜੋ ਮੈਂ ਚਾਹੁੰਦਾ, ਮੇਰੀ ਗੱਲ ਵੀ ਸੁਣੀ ਜਾ ਰਹੀ ਹੈ, ਮੈਂ ਗੱਲ ਕਰ ਵੀ ਸਕਦਾ, ਮੈਂ ਆਪਣੀ ਮਰਜ਼ੀ ਦੇ ਕੱਪੜੇ ਵੀ ਪਾਉਣਾ, ਖਾਣਾ ਵੀ ਮੈਨੂੰ ਆਪਣੀ ਮਰਜ਼ੀ ਦਾ ਮਿਲ ਜਾਂਦਾ। ਸੋ ਉਹਨਾਂ ਦੀ ਲਾਈਫ ਜਿਹੜੀ ਹੈ ਨਾ ਬਹੁਤ ਜ਼ਿਆਦਾ ਚੰਗੀ ਬਣ ਜਾਂਦੀ ਹੈ। ਬਜਾਏ ਨਾਲੇ ਇੱਕ ਜਿਹੜਾ ਨਾ ਘਰ, ਆਪਾਂ ਸਾਰਿਆਂ ਕੋਲ ਟਾਈਮ ਹੀ ਨਹੀਂ ਹੁੰਦਾ। ਜਿਹੜੀ ਰਿਐਲਿਟੀ ਹੈ, ਹੁਣ ਤੁਸੀਂ ਮੈਂ ਆਪਾਂ ਕੰਮ 'ਤੇ ਆਏ ਹੋਏ ਹਾਂ, ਬੱਚੇ ਸਕੂਲ ਚਲੇ ਜਾਂਦੇ ਨੇ, ਜੇ ਬਜ਼ੁਰਗ ਘਰ ਆ ਉਹ ਆਈਸੋਲੇਟਡ ਹੋ ਜਾਂਦੇ ਆ, ਠੀਕ ਹੈ ਨਾ। ਜਦੋਂ ਬੰਦਾ ਇਕੱਲਾ ਹੋਏ ਨਾ, ਕੋਈ ਵੀ ਹੋਏ, ਤੇ ਉਹ ਬਹੁਤ ਬੜੀ ਨਾ ਇੱਕ ਡਿਪਰੈਸ਼ਨ ਵਾਲੀ ਸਟੇਜ ਆ ਜਾਂਦੀ ਹੈ ਜੀ। ਇੱਥੇ ਮਾਹੌਲ ਹੁੰਦਾ ਕਿ ਸਾਰਾ ਟਾਈਮ ਕੋਈ ਨਾ ਕੋਈ ਉਹਨਾਂ ਕੋਲ ਬੈਠੇ ਆ ਬਜ਼ੁਰਗ, ਸ਼ਾਮ ਉਹ ਐਕਟੀਵਿਟੀਜ਼ ਇਕੱਠੀਆਂ ਕਰ ਰਹੇ ਆ, ਇਕੱਠੇ ਬਹਿ ਕੇ ਸਾਰੇ ਕੋਈ ਡਰਾਮਾ ਵੇਖ ਰਹੇ ਆ, ਗਾਣੇ ਸੁਣ ਰਹੇ ਆ। ਇੱਦਾਂ ਹੀ ਜਿਹੜੇ ਸਾਡੇ ਸਟਾਫ ਨੇ ਉਹ ਵੀ ਉਹਨਾਂ ਦੇ ਨਾਲ ਉਹਨਾਂ ਦੀ ਬੋਲੀ 'ਚ ਗੱਲ ਕਰ ਰਹੇ ਨੇ। ਸੋ ਡਿਫਰੈਂਟ ਮਾਹੌਲ ਬਣ ਜਾਂਦਾ ਹੈ। ਲੌਂਗ ਟਰਮ ਕੇਅਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਸਾਰਾ ਪਲਾਨ ਕਦੋਂ ਤੋਂ ਪਲੈਨਿੰਗ ਸ਼ੁਰੂ ਹੋ ਗਈ ਸੀ? ਇਹ ਆਲਮੋਸਟ 6-7 ਸਾਲ ਦੀ ਗੱਲ, ਕਿਉਂਕਿ ਇੱਥੇ ਤੁਸੀਂ ਸੁਣਿਆ ਹੋਣਾ ਖਬਰਾਂ ਆਉਂਦੀਆਂ ਸੀ ਕਿ ਬਜ਼ੁਰਗ ਆਪਣੇ ਜਿਹੜੇ ਕੁਛ ਮੇਨ ਸਟਰੀਮ ਫੈਸਿਲਿਟੀਜ਼ ਗਏ, ਉਹ ਕਿਸੇ ਦੀ ਉਹਨਾਂ ਨੇ ਦਾੜੀ ਕੱਟਤੀ, ਕਿਸੇ ਦੇ ਕੁਛ ਕਰਤਾ, ਉਹ ਬਿਕੋਜ਼ ਉਹ ਕੁਛ ਖਾਂਦੇ ਸੀ, ਉਹਨਾਂ ਦੀ ਦਾੜੀ ਨੂੰ ਸੂਪ ਲੱਗ ਜਾਂਦਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਦਾੜੀ ਕੱਟ ਦਿਓ। ਉਹ ਰੀਅਲਾਈਜ਼ ਨਹੀਂ ਕਰਦੇ ਵੀ ਇਹ ਦਾੜੀ ਦੀ ਕੀ ਮਹੱਤਵ ਹੈ, ਠੀਕ ਹੈ ਨਾ। ਆਪਣੇ ਹੁਣ ਆਈ ਕਾਂਟ ਇਮੈਜਿਨ ਮਾਈ ਸੈਲਫ ਵਿਦਆਊਟ ਮਾਈ ਟਰਬਨ ਐਂਡ ਬੀਅਰਡ, ਠੀਕ ਹੈ ਨਾ। ਇਸੇ ਤਰ੍ਹਾਂ ਬਜ਼ੁਰਗ ਨੇ ਸਾਡੇ, ਜਿਨ੍ਹਾਂ ਨੇ ਸਾਰੀ ਉਮਰ ਆਪਣਾ ਬਾਣਾ ਰੱਖਿਆ ਹੋਇਆ, ਉਹ ਕਿੱਦਾਂ, ਉਹਨਾਂ ਲਈ ਤਾਂ ਉਹੀ ਬਹੁਤ ਵੱਡਾ ਧੱਕਾ। ਤੇ ਉਹ ਸੋ ਵੀ ਫੈਲਟ ਕਿ ਨਹੀਂ, ਇਹ ਬਹੁਤ ਜ਼ਰੂਰੀ ਹੈ ਆਪਣੀ ਕਮਿਊਨਿਟੀ ਲਈ, ਕਿਉਂਕਿ ਇੱਥੇ ਹੋਰ ਕੋਈ ਹੈ ਹੀ ਨਹੀਂ ਹੈ ਜੀ। ਨਾਲੇ 24/7 ਕੇਅਰ ਹੈ, ਤੁਹਾਨੂੰ ਹਰ ਵੇਲੇ somebody is available to take care of you। ਜੀ, ਸੋ ਜਿਵੇਂ ਤੁਸੀਂ ਕਿਹਾ ਕਿ 6-7 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਸੋਚਣਾ ਕਿ ਇਹ ਸਾਡੇ ਲਈ ਹੋਣੀ ਚਾਹੀਦੀ ਹੈ ਲੌਂਗ ਟਰਮ। ਸੋ ਕਿਹੜੇ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਿਆ? ਕਿਉਂਕਿ ਤੁਸੀਂ ਦੱਸਿਆ ਕਿ ਸਿਟੀ ਦੇ ਨਾਲ ਵੀ ਅਸੀਂ ਦੇਖਿਆ ਕਿ ਉਹ ਥੋੜਾ ਜਿਹਾ ਡਿਫਰੈਂਟ ਕਰ ਦਿੰਦੇ ਆ, ਪ੍ਰੋਵਿੰਸ ਵਾਲੇ ਆ ਜਿਹੜੇ, ਉਹਨਾਂ ਦਾ ਸਾਥ ਕਿਸ ਤਰ੍ਹਾਂ ਰਿਹਾ, ਕਿਸ ਤਰ੍ਹਾਂ ਨਾਲ ਜਿਹੜਾ ਪਲਾਨ ਜਿਹੜਾ ਉਹਨਾਂ ਤੱਕ ਪਹੁੰਚਾਇਆ ਗਿਆ, ਕਿਸ ਤਰ੍ਹਾਂ ਅਪਰੂਵਮੈਂਟ ਮਿਲੀ ਕਿ ਅਪਰੂਵ ਹੋ ਗਿਆ ਹੁਣ ਇਹ ਪ੍ਰੋਜੈਕਟ? ਉਹ ਜਦੋਂ ਅਸੀਂ ਸ਼ੁਰੂ 'ਚ ਲਿਆ ਨਾ, ਤੇ ਅਸੀਂ ਕਿਹਾ ਵੀ ਇਹਦੀ ਜ਼ਰੂਰਤ ਹੈਗੀ ਹੈ, ਤੇ ਆਲਮੋਸਟ ਪਲੈਨਿੰਗ ਸ਼ੁਰੂ ਕਰਤੀ ਸੀ 140 ਬੈਡਸ ਦੀ, 5 ਸਟੋਰੀ ਬਿਲਡਿੰਗ ਬਣਨੀ ਸੀਗੀ ਜੀ। ਤੇ 5 ਸਟੋਰੀ ਦੀ ਉਦੋਂ ਸਾਨੂੰ ਸਿਟੀ ਨੇ ਪ੍ਰੋਵੀਜ਼ਨਲੀ ਪਰਮਿਸ਼ਨ ਵੀ ਦੇ ਦਿੱਤੀ ਸੀ। ਪਹਿਲਾਂ ਤਾਂ ਇਹਦੀ ਨਾ ਜ਼ੋਨਿੰਗ ਚੇਂਜ ਕਰਾਉਣੀ ਪੈਂਦੀ ਲੈਂਡ ਦੀ, ਉਸ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਜਦ ਤੱਕ ਜ਼ੋਨਿੰਗ ਚੇਂਜ ਨਾ ਹੋਏ। ਕਿੰਨੇ ਉਹਦੀਆਂ ਰੀਡਿੰਗਸ ਹੁੰਦੀਆਂ, ਕਾਉਂਸਲ ਦੇ ਥਰੂ ਜਾਂਦਾ, ਪਰ ਸਾਨੂੰ ਉਹ ਟਾਈਮ ਨਾਲ ਸਾਡਾ ਹੋ ਗਿਆ ਸੀ ਕੰਮ, ਠੀਕ ਹੈ। ਇੱਕੋ ਅੜਚਨ ਆਈ ਸੀ ਵੀ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇਹਦਾ ਐਕਸੈਸ ਜਿਹੜਾ ਨਾ 64 ਤੋਂ ਨਹੀਂ ਤੁਹਾਨੂੰ ਡਾਇਰੈਕਟ ਮਿਲਣਾ, ਤੁਹਾਨੂੰ ਸਾਈਡ ਤੋਂ ਇੱਕ ਰੋਡ ਜਾਂਦੀ ਉੱਥੋਂ ਲੈਣਾ ਪੈਣਾ। ਓਕੇ। ਤੇ ਉਹ ਲੈਣ ਲਈ ਸਾਨੂੰ ਉੱਥੇ ਇੱਕ ਐਕਸਟਰਾ ਲੈਂਡ ਲੈਣੀ ਪਈ, ਉਹ ਸਾਡੇ ਤੇ ਵਾਧੂ ਇੱਕਦਮ ਬਿਲਕੁਲ ਵਾਧੂ ਖਰਚਾ ਪੈ ਗਿਆ ਜੀ। ਉਹ ਜਿਨ੍ਹਾਂ ਤੋਂ ਲੈਂਡ ਲਈ ਉਹਨਾਂ ਨੇ ਆਪਣੀਆਂ ਡਿਮਾਂਡਸ ਰੱਖਤੀਆਂ ਵੀ ਤੁਹਾਨੂੰ ਇਸ ਸ਼ਰਤ ਤੇ ਦਾਂਗੇ ਵੀ ਸਾਡਾ ਇਹ ਵੀ ਸਾਡੀ ਇਹਦੀ ਜ਼ੋਨਿੰਗ ਕਰਾ ਕੇ ਦਿਓ, ਸਾਨੂੰ ਸਾਡੀ ਜਿਹੜੀ ਸ਼ਾਪ ਹੈ ਉਹ ਜਿਹੜੀ ਉਹਦੀਆਂ ਚੇਂਜਸ ਆਉਣੀਆਂ ਉਹਦਾ ਸਾਨੂੰ ਬਿਲਡਿੰਗ ਪਰਮਿਟ ਲੈ ਕੇ ਦਿਓ। ਸੋ ਅਨਨੈਸੈਸਰੀਲੀ ਸਾਡੇ ਤੇ ਉਹ ਬਰਡਨ ਪੈ ਗਿਆ, ਜਿਹੜਾ ਜੇ ਕੋਲ ਸਾਡੇ ਕੋਲ ਚੋਇਸ ਹੀ ਹੈ ਨਹੀਂ ਸੀ। ਹੁਣ ਅਸੀਂ ਉਹ ਵੀ ਟਰਾਈ ਕਰ ਰਹੇ ਹਾਂ ਵੀ ਉਹਨਾਂ ਦਾ ਵੀ ਨਾਲ ਕੰਮ ਹੋਏ, ਕਿਉਂਕਿ ਪਾਰਟ ਆਫ ਆਵਰ ਕੰਟਰੈਕਟ ਉਹ ਜੋ ਵੀ ਹੈ ਸਾਡੇ ਲਈ ਉਹ ਬਹੁਤ ਜ਼ਰੂਰੀ ਸੀ ਕਿ ਉਹ ਜਗ੍ਹਾ ਲੈਣੀ ਪਈ ਸਾਨੂੰ। ਬਿਲਕੁਲ, ਕਿਉਂਕਿ ਐਕਸੈਸ ਵੀ ਹੋਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਸੀਗਾ। ਸੋ ਉਹ ਕੰਮ ਚੱਲ ਰਿਹਾ, ਉਹਨਾਂ ਦਾ ਵੀ ਨਾਲ ਚੱਲ ਰਿਹਾ, ਸਾਡਾ ਵੀ ਚੱਲ ਰਿਹਾ ਨਾਲ। ਸਰਕਾਰ ਨੇ ਜਦੋਂ ਸਾਨੂੰ ਮਨਜ਼ੂਰੀ ਦਿੱਤੀ, ਉਹਨਾਂ ਨੇ ਕਿਹਾ ਵੀ ਤੁਸੀਂ, ਕਿਉਂਕਿ ਕਮਿਊਨਿਟੀ ਦਾ ਪ੍ਰੋਜੈਕਟ ਹੈ, $5 ਮਿਲੀਅਨ ਤੁਸੀਂ ਕਮਿਊਨਿਟੀ ਦਾ ਸ਼ੋਅ ਕਰੋ ਵੀ ਕਮਿਊਨਿਟੀ ਨੇ ਤੁਹਾਨੂੰ। ਟੋਟਲ ਕਿੰਨਾ ਖਰਚਾ ਆਉਣਾ ਹੈ ਜੇ ਟੋਟਲ ਜੇ ਸਰਕਾਰ ਨੇ ਵੀ ਖਰਚਾ ਪਾਉਣਾ ਹੈ ਤੇ ਨਾਲ ਅਸੀਂ ਜਿਹੜੇ ਕਮਿਊਨਿਟੀ ਨੇ ਵੀ ਵਿੱਚ ਟੋਟਲ ਜਦੋਂ ਮਨਜ਼ੂਰ ਹੋਇਆ ਸੀ ਉਦੋਂ 58 ਮਿਲੀਅਨ ਦਾ ਪ੍ਰੋਜੈਕਟ ਸੀਗਾ, ਜਿਹਦੇ ਚ 53 ਸਾਨੂੰ ਸਰਕਾਰ ਨੇ BC ਹਾਊਸਿੰਗ ਦੇ ਥਰੂ ਮੌਰਟਗੇਜ ਦਵਾਉਣੀ ਸੀਗੀ, ਤੇ ਫਿਰ ਜਿਹੜਾ ਆਪਰੇਸ਼ਨ ਦਾ ਖਰਚਾ ਸੀ ਸਾਰਾ ਸਾਨੂੰ ਫਰੇਜ਼ਰ ਹੈਲਥ ਨੇ ਦੇਣਾ ਸੀਗਾ। ਤੇ ਉਹਨਾਂ ਕਿਹਾ ਸੀ ਵੀ ਪਿੱਛੋਂ 5 ਮਿਲੀਅਨ ਤੁਸੀਂ ਇਕੱਠਾ ਕਰਕੇ ਦਿਓ। ਤੇ ਹੁਣ ਇਹ ਕਿਉਂਕਿ ਕੋਵਿਡ ਕਰਕੇ ਕਾਫੀ ਚੇਂਜਸ ਲਿਆਉਣੀਆਂ ਪਈਆਂ, ਡਿਲੇ ਹੋ ਗਿਆ,
ਐਂਡ ਆਈ ਐਮ ਸਰਪ੍ਰਾਈਜ਼ਡ ਇੰਨੀ ਹਰ ਚੀਜ਼ ਕਾਸਟ ਆਫ ਕੰਸਟਰਕਸ਼ਨ ਤੇ ਮਟੀਰੀਅਲ ਦੀ ਇੰਨੀ ਵੱਧ ਗਈ ਆ। ਹੁਣ ਲੇਟੈਸਟ ਜਿਹੜੀ ਉਹਨਾਂ ਨੇ ਅਸੈਸਮੈਂਟ ਕੀਤੀ ਆ, ਇਟ ਇਜ਼ ਆਈ ਥਿੰਕ ਆਲਮੋਸਟ 77 ਮਿਲੀਅਨ ਦਾ ਸਾਡਾ ਬਜਟ ਬਣ ਗਿਆ ਹੁਣ, ਜਿਸ 'ਚ 5 ਮਿਲੀਅਨ ਅਸੀਂ ਕਰਨਾ ਹੈ ਤੇ ਟੋਟਲ ਪ੍ਰੋਜੈਕਟ 82 ਮਿਲੀਅਨ ਦਾ ਹੈ। ਓਕੇ ਸੋ ਅਸੀਂ ਉਹਨਾਂ ਨੂੰ ਐਂਡ ਦੇ ਜਿਹੜੀ ਸਾਡੀ ਨਾ ਇੱਕ ਪ੍ਰੋਜੈਕਟ ਦੀ ਓਵਰਸਾਈਟ ਕਮੇਟੀ ਬਣਾਈ ਹੋਈ ਹੈ, ਓਕੇ ਜਿਹਦੇ ਵਿੱਚ ਇੱਕ ਮੈਂਬਰ ਹੈਗਾ ਆਪਣੇ ਮਿਨਿਸਟਰੀ ਆਫ ਹੈਲਥ ਦਾ, ਜੀ ਇੱਕ BC ਹਾਊਸਿੰਗ ਦਾ, 2 ਫਰੇਜ਼ਰ ਹੈਲਥ ਦੇ ਤੇ ਇੱਕ ਪਿਕਸ ਦਾ। ਸੋ ਉਹ ਪਲੱਸ ਉਹਨਾਂ ਦੇ ਨਾਲ ਇਹਨਾਂ ਨੇ ਆਲਮੋਸਟ 10 to 15 ਕੰਸਲਟੈਂਟਸ ਨੇ, ਉਹਨਾਂ ਦੇ ਜਿਹੜੇ ਐਕਸਪਰਟਸ ਨੇ ਉਹ ਵਿੱਚ ਨੇ। ਉਹ ਹਰ ਚੀਜ਼ ਨੂੰ ਰਿਵਿਊ ਕਰਦੇ ਨੇ, ਅਸੈਸ ਕਰਦੇ ਨੇ ਐਂਡ ਦੈਨ ਦੇ ਮੇਕ ਦਾ ਡਿਸੀਜਨ ਵੀ ਆ ਜੇ ਕੋਈ ਵੀ ਪਲਾਨ ਚੇਂਜ ਕਰਨਾ, ਸਕੋਪ ਚੇਂਜ ਕਰਨਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਚੀਜ਼, ਕੋਈ ਕੰਸਲਟੈਂਟ ਲੈਣਾ, ਸੋ ਦੇ ਗਿਵ ਅਸ ਦਾ ਅਪਰੂਵਲ ਵੀ ਯੈਸ ਦਿਸ ਇਜ਼ ਗੁੱਡ ਟੂ ਗੋ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਥਰੂ ਹੋ ਕੇ ਲੰਘਣਾ ਪੈਂਦਾ। ਇਹ ਨਹੀਂ ਕਿ ਅੱਜ ਪ੍ਰੋਜੈਕਟ ਦੀ ਪਲੈਨਿੰਗ ਕੀਤੀ ਹੈ ਤੇ ਕੱਲ ਨੂੰ ਬਣ ਗਿਆ। ਸੋ ਇਹ ਹੈ ਕਿ ਬਹੁਤ ਟਾਈਮ ਲੱਗਦਾ ਆ, ਬਹੁਤ ਸਾਰੀਆਂ ਚੀਜ਼ਾਂ ਨੇ, ਗਵਰਨਮੈਂਟ ਨਾਲ, ਮਿਨਿਸਟਰੀ ਨਾਲ ਰਲ ਕੇ ਕੰਮ ਕਰਨਾ ਪੈਂਦਾ ਤੇ ਇਹਦੇ ਵਿੱਚ ਕੋਈ ਵੀ ਜਿਹੜਾ ਵਾਲਫੇਅਰ ਨਹੀਂ ਹੈਗਾ। ਐਵਰੀਥਿੰਗ ਟਰਾਂਸਪੇਰੈਂਟ ਹੈਗਾ ਆ, ਸਾਰਾ ਸਾਹਮਣੇ ਲੋਕਾਂ ਦੇ ਹੈਗਾ ਆ, ਕਮਿਊਨਿਟੀ ਦੇ ਸਾਹਮਣੇ ਹੈਗਾ ਆ, ਤਾਂ ਕਿ ਕਮਿਊਨਿਟੀ ਵੀ ਹੈਲਪ ਕਰੇ, ਕਮਿਊਨਿਟੀ ਵੀ ਸਪੋਰਟ ਕਰੇ। ਕਮਿਊਨਿਟੀ ਤੋਂ ਕਿਸ ਤਰ੍ਹਾਂ ਦਾ ਸਾਡੀ ਨਾ ਰਿਸਪੌਂਸ ਆ ਹਰ ਮਹੀਨੇ ਉਹਨਾਂ ਨਾਲ ਮੀਟਿੰਗ ਹੁੰਦੀ ਹੈ, ਜਿਹੜੀ ਓਵਰਸਾਈਟ ਕਮੇਟੀ ਹੈ, ਉਹ ਪੂਰਾ ਅਸੈਸ ਕਰਦੇ ਨੇ, ਆਪਣੀ ਰਿਪੋਰਟ ਲੈਂਦੇ ਨੇ ਵੀ ਕੀ ਕੁਝ ਹੋਇਆ, ਕਿਹੜਾ ਕੀ ਡਿਵੈਲਪਮੈਂਟ ਹੋਈ ਹੈ, ਜਿਹੜੀ ਰਿਪੋਰਟ ਆ ਦੀ ਫਲਾਣੇ ਕੰਸਲਟੈਂਟ ਦੀ ਰਿਪੋਰਟ ਦਿਖਾਓ, ਇਹਦੀ ਦਿਖਾਓ। ਸੋ ਇਹ ਨਹੀਂਗਾ ਵੀ ਉਹ ਸੁੱਤੇ ਨੇ, ਉਹ ਇੱਕ ਇੱਕ ਚੀਜ਼ ਦਾ ਵੇਰਵਾ ਲੈਂਦੇ ਨੇ। ਠੀਕ ਹੈ, ਪਲੱਸ ਸਾਡੇ ਤੋਂ ਵੀ ਪੁੱਛਦੇ ਵੀ ਦੱਸੋ ਕਮਿਊਨਿਟੀ ਤੋਂ ਪੈਸੇ ਇਕੱਠੇ ਕਰਨ ਨੂੰ ਗਿਆ ਸੀਗਾ, ਪਿਛਲੇ ਮਹੀਨੇ ਇੰਨੇ ਸੀਗੇ, ਇਸ ਮਹੀਨੇ 'ਚ ਕੋਈ ਵਧਿਆ, ਤੇ ਉਹ ਸਾਨੂੰ ਉਹ ਵੀ ਰਿਪੋਰਟ ਦੇਣੀ ਪੈਂਦੀ ਹੈ। ਤੁਹਾਡੇ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਜਾਂ ਤੁਸੀਂ ਵੀ ਕੰਮ ਕਰ ਰਹੇ ਹੈਗੇ? ਸੋ ਓਵਰਆਲ ਸਾਨੂੰ ਪ੍ਰੋਜੈਕਟ ਦਾ ਵੀ ਵੇਖਣਾ ਪੈਂਦਾ, ਪਰ ਇਹ ਸਾਡੀ ਡਾਇਰੈਕਟ ਜ਼ਿੰਮੇਵਾਰੀ ਲੱਗੀ ਹੋਈ ਵੀ ਤੁਸੀਂ ਇਹ 5 ਮਿਲੀਅਨ ਇਕੱਠਾ ਕਰੋ। ਤੇ ਉਹ ਤੁਹਾਨੂੰ ਪਤਾ ਹੀ, ਅਸੀਂ ਪਿਛਲੇ ਸਾਲ ਦੇ ਸ਼ੁਰੂ ਕੀਤਾ ਸੀਗਾ, ਆਲਮੋਸਟ 1.2 ਮਿਲੀਅਨ ਸਾਡਾ ਹੋ ਗਿਆ ਟਾਰਗੇਟ ਮੀਟ। ਤੇ ਪਿਛਲੇ ਸਾਲ ਅਸੀਂ ਆਪਣਾ ਨਾਟ ਪਿਛਲੇ ਸਾਲ, ਐਸੇ ਸਾਲ ਕਨੈਕਟ FM ਵਾਲਿਆਂ ਨਾਲ ਸਾਡਾ ਹੋਇਆ ਸੀਗਾ ਰੇਡੀਓਥੌਨ, ਤੇ ਉਹਦੇ ਚ ਕਲੋਜ਼ ਟੂ ਸਾਡਾ $5 ਮਿਲੀਅਨ ਇਕੱਠਾ ਹੋਇਆ ਸੀ, 500,000, ਵਿਚ ਵਾਸ ਅ ਬਿਗ ਸਪੋਰਟ ਫਰਮ ਦਾ ਕਮਿਊਨਿਟੀ। ਇੰਨਾ ਸਾਡੇ ਕੋਲ ਪਹਿਲਾਂ ਕਦੀ ਵੀ ਨਹੀਂ ਸੀ ਕਿਸੇ ਰੇਡੀਓਥੌਨ ਤੇ। ਜੀ ਵੈਰੀ ਨਾਈਸ। ਤੇ ਹੁਣ ਪਹਿਲਾਂ ਐਕਚੁਅਲੀ ਅਸੀਂ ਲਾਸਟ ਈਅਰ ਕਰਨਾ ਸੀਗਾ ਆਪਣਾ ਗੁਰਪੁਰਬ ਤੇ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ, ਪਰ ਉਦੋਂ ਕੋਵਿਡ ਨੇ ਇੱਕਦਮ ਬਹੁਤ ਜ਼ਿਆਦਾ ਜ਼ੋਰ ਪਾ ਦਿੱਤਾ ਸੀਗਾ, ਸੋ ਲਾਸਟ ਮਿੰਟ ਤੇ ਕੈਂਸਲ ਕਰਨਾ ਪਿਆ। ਫਿਰ ਐਤਕੀ ਵਿਸਾਖੀ ਤੇ ਕੀਤਾ। ਹੁਣ ਆਉਣ ਵਾਲੇ ਗੁਰਪੁਰਬ ਤੇ 19 ਨਵੰਬਰ ਨੂੰ ਦੁਬਾਰਾ ਅਸੀਂ ਕਰਨਾ ਰੇਡੀਓਥੌਨ। ਤੇ ਐਤਕੀ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਜਿਹੜਾ ਆਪਣਾ FYI ਮੀਡੀਆ ਗਰੁੱਪ ਤੇ ਕਨੈਕਟ FM ਵਾਲੇ ਰਲ ਕੇ ਕਰ ਰਹੇ ਨੇ। ਵੈਰੀ ਨਾਈਸ। ਸੋ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਜੇ ਪਿਛਲੀ ਵਾਰ ਅਸੀਂ $500,000 ਕੀਤਾ ਸੀ, ਕਿ 1.5-2 ਮਿਲੀਅਨ ਤੱਕ ਤੇ ਗੱਲ ਜਾਣੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਕਮਿਊਨਿਟੀ ਦਾ ਸਾਥ ਸਭ ਤੋਂ ਜ਼ਰੂਰੀ ਹੈਗਾ। ਤੇ ਜਦੋਂ ਅਸੀਂ ਕਮਿਊਨਿਟੀ ਦੇ ਲਈ ਕੋਈ ਪ੍ਰੋਜੈਕਟ ਦੀ ਗੱਲ ਕਰਦੇ ਹਾਂ, ਕਮਿਊਨਿਟੀ ਦੇ ਲਈ ਕੋਈ ਕੰਮਾਂ ਦੀ ਗੱਲ ਕਰਦੇ ਹਾਂ, ਕਮਿਊਨਿਟੀ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੀ ਹੈਗੀ ਹੈ। ਤੇ ਜਦੋਂ ਸਾਥ ਹੋ ਜਾਂਦਾ, ਚਾਹੇ ਅਸੀਂ ਗੱਲ ਕਰ ਲਈਏ ਰੇਡੀਓਜ਼ ਦੀ, ਚਾਹੇ ਅਸੀਂ TVs ਦੀ ਗੱਲ ਕਰ ਲਈਏ, ਜਾਂ ਅਸੀਂ ਕਿਸੇ ਵੀ ਇੰਡੀਵਿਜੂਅਲ ਬਿਜ਼ਨਸ ਦੀ ਗੱਲ ਕਰ ਲਈਏ, ਹਰ ਕੋਈ ਅੱਗੇ ਆ ਕੇ ਕੰਮ ਕਰਦਾ ਹੈਗਾ। ਜਦੋਂ ਤੁਸੀਂ ਕਮਿਊਨਿਟੀ ਨੂੰ ਗੱਲ ਕਰਦੇ ਆ ਕਿ ਇਹ ਸਾਡਾ ਪ੍ਰੋਜੈਕਟ ਹੈਗਾ, ਅਸੀਂ ਇਹਦੇ ਤੇ ਪੈਸੇ ਲਗਾਉਣੇ ਹੈਗੇ, ਸੋ ਹੁਣ ਇਹਦੇ ਲਈ ਤੁਸੀਂ ਹਮੇਸ਼ਾ ਗੱਲ ਕਰਦੇ ਹੈਗੇ ਆ ਕਿ ਇਹਦੇ 'ਚ ਕੋਈ ਓਲਾ ਨਹੀਂ ਹੈਗਾ। ਅਸੀਂ ਜਿਹੜੀ ਆ ਉਹ ਤੁਹਾਨੂੰ ਟੈਕਸ ਰਿਸਿਪਟ ਵੀ ਜਿਹੜੀ ਨਾਲ ਦਿੱਤੀ ਜਾਂਦੀ ਹੈ। ਜੇ ਕੋਈ ਵੀ ਕਮਿਊਨਿਟੀ ਦੇ, ਜੇ ਕੋਈ ਸਾਡਾ ਅੱਜ ਪ੍ਰੋਗਰਾਮ ਵੀ ਦੇਖ ਰਿਹਾ ਹੈ, ਉਹ ਤੁਹਾਨੂੰ ਜੇ ਡਾਇਰੈਕਟਲੀ ਕਹਿਣਾ ਚਾਹੁੰਦਾ ਕਿ ਅਸੀਂ ਸਪੋਰਟ ਕਰਨੀ ਚਾਹੁੰਦੇ ਆ, ਉਹ ਕਰ ਸਕਦੇ ਹੈਗੇ, ਤੇ ਉਹਨਾਂ ਨੂੰ ਬਕਾਇਦਾ ਰਸੀਦ ਵੀ ਦਿੱਤੀ ਜਾਂਦੀ ਹੈ। ਐਬਸੋਲੂਟਲੀ ਜੀ, ਟੈਕਸ ਰਸੀਦ ਜਿਹੜੀ ਉਹਨਾਂ ਨੂੰ ਮਿਲਦੀ ਹੈ, ਤੇ ਨਾਲ ਅਸੀਂ ਉਹਦੇ ਨੇਮਿੰਗ ਰਾਈਟਸ ਵੀ ਰੱਖੇ ਹੋਏ ਨੇ ਵੀ ਜੇ, ਕਿਉਂਕਿ ਇਹ ਬਿਲਡਿੰਗ ਹਮੇਸ਼ਾ ਲਈ ਰਹਿਣੀ ਹੈ। ਗੁਰੂ ਨਾਨਕ ਡਾਇਵਰਸਿਟੀ ਵਿਲੇਜ ਉਹਦਾ ਨਾਮ ਬਣ ਜਾਣਾ। ਸੋ ਗੁਰੂ ਨਾਨਕ ਦੇਵ ਦੇ ਨਾਂ ਤੇ ਬਿਲਡਿੰਗ ਹੈ, ਉਹਦੇ ਵਿੱਚ ਕਈਆਂ ਦਾ ਇੰਟਰਸਟ ਹੁੰਦਾ ਕਿ ਸਾਡੇ ਬਜ਼ੁਰਗ ਦਾ ਨਾਂ ਲਿਖਿਆ ਜਾਏ ਜਾਂ ਕਿਸੇ ਸਾਡੀ ਜਿਹੜੀ ਕੌਜ਼ ਦਾ ਨਾਂ ਵਿੱਚ ਆ ਜਾਏ। ਸੋ ਉਹ ਆਪਸ਼ਨ ਅਸੀਂ ਦਿੱਤੀ ਹੋਈ ਹੈ। ਜਿਵੇਂ 125 ਕਮਰੇ ਨੇ ਸਾਡੇ, ਅਸੀਂ ਕਿਹਾ ਵੀ ਗੁਰੂ ਸਾਹਿਬ ਦੇ ਨਾਂ ਤੇ ਹਰ ਕਮਰੇ ਦੇ ਅਸੀਂ $13,000 ਜਿਹੜਾ ਦੇਗਾ, ਉਹ ਆਪਣੇ ਬਾਹਰ ਉਹਦੇ ਪਲੈਕ ਲਾ ਸਕਦਾ। ਸਾਡੇ ਆਲਰੇਡੀ 40 ਰੂਮਸ ਜਾ ਚੁੱਕੇ ਨੇ, ਤੇ ਹੁਣ ਬਾਕੀ ਦੇਖ ਲਓ ਜਿਹੜੇ ਬਚੇ ਆ, ਉਹ ਵੀ ਅਗਲੇ 2 ਸਾਲ ਤੱਕ ਸਾਰੇ ਮੁੱਕ ਜਾਣੇ ਆ। ਇਸੇ ਤਰ੍ਹਾਂ ਜੇ ਕੋਈ $100,000 ਦਿੰਦਾ, ਤੇ ਅਸੀਂ ਉਸ ਹਿਸਾਬ ਨਾਲ ਉਹਨਾਂ ਦੇ ਨੇਮਿੰਗ ਰਾਈਟਸ ਰੱਖੇ ਹੋਏ ਨੇ। ਉਹ ਵੀ ਸਾਡੇ ਕੋਲ ਆਲਮੋਸਟ 400,000 ਵਾਲੇ ਆ ਚੁੱਕੇ ਨੇ, 50,000 ਵਾਲੇ ਵੀ ਰੱਖੇ ਹੋਏ, ਉਹ ਵੀ ਆਣੇ ਸ਼ੁਰੂ ਹੋਏ ਨੇ, 25,000 ਵਾਲੇ ਵੀ ਆ ਰਹੇ ਨੇ। ਸੋ ਹਰ ਇੱਕ ਨੂੰ ਅਸੀਂ ਆਪਸ਼ਨ ਦਿੱਤੀ ਹੋਈ ਹੈ। ਅਸੀਂ ਤੇ ਇਹ ਵੀ ਆਪਸ਼ਨ ਦਿੱਤੀ ਹੋਈ ਵੀ ਜੇ ਬਿਲਡਿੰਗ ਦੇ ਬਾਹਰ ਕਿਸੇ ਨੇ ਆਪਣਾ ਨਾਂ ਲਿਖਾਉਣਾ ਆ, ਤੇ ਉਹ
4 ਮਿਲੀਅਨ ਸਾਨੂੰ ਦੇ ਤੇ ਅਸੀਂ ਬਾਹਰ ਲਿਖ ਦਾਂਗੇ ਵੀ ਲੈਂਡ ਡੋਨੇਟਡ ਬਾਏ ਸੋ ਐਂਡ ਸੋ। ਉੱਤੇ ਤੇ ਨਾਂ ਹਮੇਸ਼ਾ ਹੀ ਰਹਿਣਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ, ਥੱਲੇ ਨਾਂ ਆ ਜਾਏਗਾ ਕਿ ਲੈਂਡ ਡੋਨੇਟਡ ਬਾਏ ਕੋਈ ਆਪਣੇ ਫੈਮਿਲੀ ਦੇ ਨਾਂ, ਕੋਈ ਪਿੰਡ ਦੇ ਨਾਂ, ਕਿਸੇ ਦੇ ਨਾਂ ਵਿੱਚ ਜੇ ਕਿਸੇ ਨੇ ਪੈਸਾ ਡੋਨੇਟ ਕਰਨਾ, ਕਮਿਊਨਿਟੀ ਦਾ ਕਾਜ਼ ਹੈ, ਲਾਈਫ ਲੌਂਗ ਲੈਗੇਸੀ ਬਣਨੀ ਆ ਤੇ ਉੱਥੇ ਅੱਛਾ ਜਿਵੇਂ ਸਾਹਿਬ, ਜਿਵੇਂ ਹੁਣ ਤੁਸੀਂ ਕਿਹਾ ਕਿ ਜ਼ਿਆਦਾ ਪੈਸੇ ਜਿਨ੍ਹਾਂ ਨੇ ਡੋਨੇਟ ਕਰਨੇ ਹੈਗੇ ਆ, ਜਿੰਨੇ ਉਹ ਤਾਂ ਸਾਰਿਆਂ ਦੀ ਆਪਣੀ ਆਪਣੀ ਸ਼ਰਧਾ ਹੈਗੀ ਆਪਣੀ ਹੈ ਕਿ ਸ਼ਰਧਾ ਕਿੰਨਾ ਤੁਸੀਂ ਜਿੰਨਾ ਵੀ ਉਹਨਾਂ ਨੂੰ ਤਿਲ ਫੁੱਲ ਜਿੰਨਾ ਵੀ ਉਹਨਾਂ ਨੂੰ ਲੱਗਦਾ ਕਿ ਉਹ ਆਪਣਾ ਡੋਨੇਸ਼ਨ 'ਚ ਹਿੱਸਾ ਪਾ ਸਕਦੇ ਹੈਗੇ। ਦਸਵੰਧ ਅਸੀਂ ਸਾਰੇ ਕੱਢਦੇ ਹੈਗੇ, ਕੋਈ ਥੋੜਾ ਕੱਢਦਾ, ਕੋਈ ਵੱਧ ਕੱਢਦਾ, ਕੋਈ ਘੱਟ ਕਮਾਉਂਦਾ, ਕੋਈ ਵੱਧ ਕਮਾਉਂਦਾ, ਇਹ ਸਾਰਿਆਂ ਤੇ ਡਿਪੈਂਡ ਕਰਦਾ। ਪਰ ਕੋਈ ਜੇ ਜ਼ਿਆਦਾ ਜਿਵੇਂ ਡੋਨੇਟ ਕਰਨਾ ਚਾਹੁੰਦਾ ਪਰ ਉਹ ਕਹਿੰਦਾ ਕਿ ਅਸੀਂ ਇੱਕੋ ਵਾਰੀ 'ਚ ਨਹੀਂ ਦੇ ਸਕਦੇ, ਅਸੀਂ ਥੋੜਾ ਥੋੜਾ ਟਾਈਮ ਕਰਕੇ ਦੇ ਸਕਦੇ ਹਾਂ, ਇਦਾਂ ਵੀ ਕਰ ਸਕਦੇ ਹਾਂ? ਕਿਸ਼ਤਾਂ 'ਚ ਦੇ ਸਕਦੇ ਨੇ, ਸਾਡੇ ਕੋਲ 4 ਸਾਲ ਹੈਗੇ ਆ ਹੁਣ, ਹਰ ਸਾਲ ਸਾਨੂੰ 3 ਕਿਸ਼ਤਾਂ ਦੇ ਦੇਣ, ਸਾਨੂੰ ਉਹ ਵੀ ਮਨਜ਼ੂਰ ਹੈ। ਕਈਆਂ ਨੇ ਦਿੱਤੀਆਂ ਵੀ ਨੇ ਸਾਨੂੰ ਕਿਸ਼ਤਾਂ। ਪਲੱਸ ਇਹ ਆ ਵੀ ਅਸੀਂ ਤਾਂ ਇਹ ਆ ਵੀ ਜੋ ਕਿਸੇ ਦੀ ਸ਼ਰਧਾ ਆ, ਅਸੀਂ ਤਾਂ $13 ਤੋਂ ਸ਼ੁਰੂ ਕੀਤਾ ਵੀ ਸਾਨੂੰ $13 ਗੁਰੂ ਸਾਹਿਬ ਦੇ ਨਾਂ ਤੇ ਦਿਓ, ਵੀ ਆਰ ਹੈਪੀ। ਜੇ ਸਾਰੇ ਜਾਣੇ ਸਾਨੂੰ $13 ਦੇਣ ਲੱਗ ਪੈਣ, ਇੱਥੇ ਆਲਮੋਸਟ ਆਪਣੇ ਲੱਖ ਤੋਂ ਜ਼ਿਆਦਾ ਪਾਪੂਲੇਸ਼ਨ ਹੋਣੀ ਹੈ, ਠੀਕ ਹੈ ਨਾ, ਤੇ 13 ਲੱਖ ਤੇ ਸਾਡਾ ਸਿੱਧਾ ਹੀ ਬਣ ਗਿਆ। ਸੋ ਜੇ ਕਿਸੇ ਨੇ 13 ਤੋਂ ਵੱਧ ਦੇਣੇ ਆ, ਉਹ 100 ਦੇ ਨਾਲ 113 ਕਰਦੇ, ਜੇ ਹੋਰ ਜ਼ਿਆਦਾ ਦੇਣੇ 1013 ਕਰਦੇ। ਸਾਨੂੰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਹਿੱਸਾ ਪਾਉਂਦੇ ਹੈਗੇ। ਤੁਸੀਂ ਉਹਨੇ ਮੈਂਸ਼ਨ ਕੀਤਾ ਕਿ 125 ਬੈੱਡਸ ਦੀ ਫੈਸਿਲਿਟੀ ਹੈਗੀ ਹੈ, 25 ਬੈੱਡਸ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਫੈਸਿਲਿਟੀਜ਼ ਲੌਂਗ ਟਰਮ ਕੇਅਰ ਦੇ ਵਿੱਚ ਕਵਰ ਹੁੰਦੀਆਂ ਨੇ, ਫਰੇਜ਼ਰ ਹੈਲਥ ਦੇ ਵੱਲੋਂ ਵੀ ਤੇ ਤੁਹਾਡੇ ਵੱਲੋਂ ਵੀ? ਉੱਥੇ ਦੇਖੋ ਉਹਨਾਂ ਦਾ ਸਾਰਾ ਖਾਣਾ ਪੀਣਾ ਉੱਥੇ ਬਣਨਾ ਫ੍ਰੀ ਹੈ, ਉਹਨਾਂ ਦੇ ਨਹਾਉਣ ਧੋਣ ਦਾ ਇੰਤਜ਼ਾਮ ਉੱਥੇ ਹੈ, ਐਕਸਰਸਾਈਜ਼ ਰੂਮ ਵੀ ਹੋਣੇ ਆ, ਮੈਡੀਟੇਸ਼ਨ ਰੂਮ ਵੀ ਹੋਣੇ ਆ, ਤੇ ਵੇਲੇ ਕੋਲੇ ਡਾਕਟਰਸ ਔਨ ਕਾਲ ਵੀ ਹੋਣੇ ਆ, ਨਰਸਿਸ ਤਾਂ ਉੱਥੇ ਹੋਣੀਆਂ ਹੀ ਹੋਣੀਆਂ ਨੇ, ਕੇਅਰ ਏਡਸ ਵੀ ਹੋਣੇ ਆ, ਤੇ ਫਿਜ਼ੀਓਥੈਰੇਪੀ ਵਾਲੇ ਵੀ ਹੋਣੇ ਆ। ਸੋ ਹਰ ਤਰ੍ਹਾਂ ਦੀ ਜੋ ਐਕਚੁਅਲੀ ਇੱਕ ਤਰ੍ਹਾਂ ਦਾ ਮਿਨੀ ਹਸਪੀਟਲ ਹੁੰਦਾ, ਕਿਉਂਕਿ ਹਸਪੀਟਲ 'ਚ ਖਰਚਾ ਬਹੁਤ ਜ਼ਿਆਦਾ ਹੁੰਦਾ। ਜੇ ਕਿਸੇ ਨੂੰ ਇੱਕ ਬੈੱਡ ਦੋ ਤੇ ਆਲਮੋਸਟ 5000 ਉਹਦਾ ਖਰਚਾ ਪੈ ਜਾਂਦਾ। ਇੱਥੇ ਉਹ ਸਾਰਾ 1300 1400 ਰਹਿ ਜਾਂਦਾ। ਸੋ ਦੇयर इज अ बिग सेविंग फॉर द गवर्नमेंट, फॉर द कम्युनिटी एंड आल्सो फॉर द फैमिलीज, ਕਿਉਂਕਿ ਜੇ ਫੈਮਲੀਜ਼ ਨੂੰ ਘਰ ਟੇਕ ਕੇਅਰ ਕਰਨਾ ਪਏ ਤੇ ਬਹੁਤ ਖਰਚਾ ਪੈਂਦਾ। ਤੁਸੀਂ ਦੇਖੋ ਕਿ 125 ਬੈੱਡਸ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਨੇ, ਕਿੰਨਾ ਜ਼ਿਆਦਾ ਪ੍ਰੋਵਿੰਸ਼ੀਅਲ ਵੀ ਕੰਮ ਲੱਗ ਰਹੇ ਨੇ। ਹੁਣ ਦੇਖੋ ਕਿ ਕਿੰਨੇ ਜ਼ਿਆਦਾ 125 ਤੋਂ ਜ਼ਿਆਦਾ ਸਾਨੂੰ ਲੋੜ ਹੈਗੀ ਹੈ। ਤੁਸੀਂ ਕਿਹਾ ਕਿ ਜਦੋਂ ਦੂਜੀਆਂ ਫੈਸਿਲਿਟੀਜ਼ ਦੇ ਵਾਸਤੇ ਲੰਮੀ ਲਾਈਨ ਅਪ ਹੈਗੀ ਹੈ, ਕਿ ਬਹੁਤ ਜ਼ਿਆਦਾ ਵੇਟਿੰਗ ਲਿਸਟ ਬਣੀ ਹੋਈ ਹੈ। ਸੋ ਜਦੋਂ ਇਹ ਸਾਨੂੰ ਖੁਦ ਨੂੰ ਵੀ ਸੋਚਣਾ ਚਾਹੀਦਾ, ਸਾਨੂੰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਫਾਸਟ ਟਰੈਕ ਦੇ ਉੱਤੇ ਇਦਾਂ ਦੇ ਕੰਮ ਜਿਹੜੇ ਹੋਣੇ ਚਾਹੀਦੇ ਨੇ, ਕਿਉਂਕਿ ਲੋੜ ਹੈ, ਅੱਜ ਲੋੜ ਹੈ ਕਮਿਊਨਿਟੀ ਨੂੰ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੀ, ਜਿਹੜੇ ਪ੍ਰੋਜੈਕਟ ਹੁਣ ਇਸ ਤਰ੍ਹਾਂ ਬਣ ਰਹੇ ਹੈਗੇ। ਹੁਣ ਜਦੋਂ ਅਸੀਂ ਲੌਂਗ ਟਰਮ ਕੇਅਰ ਦੀ ਗੱਲ ਕਰਦੇ ਹਾਂ, ਫਰੇਜ਼ਰ ਹੈਲਥ ਦੀ ਗੱਲ ਕਰਦੇ ਹਾਂ, ਫਰੇਜ਼ਰ ਹੈਲਥ ਆਪਣਾ ਬਣਦਾ ਯੋਗਦਾਨ ਜਿਹੜਾ ਪਾ ਰਿਹਾ ਹੈਗਾ। ਹੁਣ ਜਿਵੇਂ ਤੁਸੀਂ ਕਿਹਾ ਕਿ ਡਾਕਟਰਸ ਹੋਣਗੇ, ਨਰਸਿਸ ਹੋਣਗੇ, ਉਹ ਸਾਰੀ ਹਾਇਰ ਜਿਹੜੀ ਆ ਉਹ ਫਰੇਜ਼ਰ ਹੈਲਥ ਦੁਆਰਾ ਕੀਤੀ ਜਾਣੀ? ਨਹੀਂ, ਉਹ ਜਿਹੜੇ ਤੇ ਜਿਹੜਾ ਉੱਥੋਂ ਦਾ ਵਰਕਿੰਗ ਸਟਾਫ ਹੈ ਉਹ ਤਾਂ ਸਾਰਾ ਪਿਕਸ ਦੇ ਅੰਡਰ ਕੰਮ ਕਰਨਾ ਉਹਨਾਂ ਨੇ, ਬਟ ਦੇ ਵਿਲ ਆਲ ਬੀ ਸਪੋਰਟਡ ਐਂਡ ਪੇਡ ਫॉर ਬਾय ਫਰੇਜ਼ਰ ਹੈਲਥ, ਠੀਕ ਹੈ। ਜਿਹੜੇ ਡਾਕਟਰਸ ਔਨ ਕਾਲ ਹੋਣੇ ਆ ਉਹ ਤਾਂ ਜਿੱਦਾਂ ਸਿਸਟਮ ਦੇ ਹਿਸਾਬ ਨਾਲ ਹੋਣ, ਕਿਉਂਕਿ ਅਸੀਂ ਤਾਂ ਪਹਿਲੀ ਵਾਰ ਖੋਲ੍ਹਣਾ। ਸੋ ਆਲਰੇਡੀ ਸਾਨੂੰ ਉਹਨੂੰ ਆਪਰੇਟ ਕਰਨ ਲਈ ਪਹਿਲੇ 5 ਸਾਲ ਲਈ ਸਾਨੂੰ ਕਿਸੇ ਹੋਰ ਐਕਸਪੀਰੀਅੰਸਡ ਆਰਗੇਨਾਈਜੇਸ਼ਨ ਨਾਲ ਉਹਦੀ ਸਪੋਰਟ ਦੀ ਲੋੜ ਹੈ। ਉਹ ਵੀ ਰਿਕੁਆਇਰਮੈਂਟ ਸੀ ਫਰੇਜ਼ਰ ਹੈਲਥ ਦੀ ਵੀ, ਕਿਉਂਕਿ ਪਿਕਸ ਨੇ ਕਦੀ ਇਹ ਚਲਾਇਆ ਨਹੀਂ ਇਹੋ ਜਿਹਾ, ਤੇ ਯੂ ਹੈਵ ਟੂ ਸ਼ੋ ਕਿ ਇਸ ਆਰਗੇਨਾਈਜੇਸ਼ਨ ਨਾਲ ਤੁਹਾਡਾ ਆਲਰੇਡੀ ਐਗਰੀਮੈਂਟ ਹੈਗੀ ਹੈ। ਉਹਨਾਂ ਨੇ ਸਾਨੂੰ ਪਹਿਲੇ 5 ਸਾਲ ਉਹਨਾਂ ਨੇ ਚਲਾਉਣਾ ਤੇ ਅਸੀਂ ਉਹਨਾਂ ਤੋਂ ਲਰਨ ਕਰਨਾ, ਫਿਰ ਅਸੀਂ ਟੇਕ ਓਵਰ ਕਰਨਾ। ਤੁਸੀਂ ਜਿਵੇਂ ਕਿਹਾ ਕਿ 1500 ਜਾਣੇ ਦੀ ਲਾਈਨ ਹੈਗੀ ਹੈ ਇੰਡੀਵਿਜੂਅਲ ਤੇ ਅਸਿਸਟਡ ਦੇ ਵਾਸਤੇ, ਉਹ ਇੰਡੀਪੈਂਡੈਂਟ ਵਾਸਤੇ ਤੁਸੀਂ ਗੱਲ ਕੀਤੀ ਹੈ ਜਿਹੜੀ, ਉਹਨੂੰ ਐਕਸਟੈਂਡ ਕਰਨ ਦੇ ਬਾਰੇ ਕਦੇ ਸੋਚਿਆ ਕਿ ਹੁਣ ਉਹ ਲਾਈਨ ਜਿਹੜੀ ਆ ਉਹ ਵੇਟ ਲਾਈਨ ਕਿਵੇਂ ਘੱਟ ਹੋ ਸਕਦੀ ਹੈ? ਇਹ ਤਾਂ ਸਰਕਾਰ ਨੂੰ ਪਤਾ ਜੀ, ਸਿਰਫ ਸਾਡੇ ਨਹੀਂ, ਬੜੀ ਸਾਰੀਆਂ ਕਮਿਊਨਿਟੀਜ਼ 'ਚ ਡਿਮਾਂਡ ਆ, ਤੇ ਜਿੱਦਣ ਉਹ ਚਾਹਣਗੇ ਇਹੋ ਜਿਹੀਆਂ ਭਾਵੇਂ 10 ਬਿਲਡਿੰਗਸ ਹੋਰ ਬਣਵਾ ਦੇਣ। ਇੰਨੀ ਜ਼ਿਆਦਾ ਜਿਹੜੀ ਵੇਟ ਲਿਸਟ ਹੈ, ਡਿਮਾਂਡ ਬਹੁਤ ਜ਼ਿਆਦਾ, ਡਿਮਾਂਡ ਅਸਿਸਟਡ ਲਿਵਿੰਗ ਦੀ ਵੀ ਬਹੁਤ ਜ਼ਿਆਦਾ, ਠੀਕ ਹੈ ਨਾ। ਹੁਣ ਹਰ ਬਜ਼ੁਰਗ ਆਪਣੀ ਕਮਿਊਨਿਟੀ ਚਾਹੁੰਦੇ ਆ ਵੀ ਅਸੀਂ ਪਿਕਸ 'ਚ ਆ ਜਾਈਏ, ਪਰ ਪਿਕਸ ਤਾਂ ਉਨਾ ਹੀ, ਜੇ ਹੁਣ ਸਾਡੇ ਕੋਲ ਸਿਰਫ ਇਸ ਵੇਲੇ 49 ਹੈਗੇ ਨੇ ਬੈਡਸ ਉੱਤੇ ਅਸਿਸਟਡ ਲਿਵਿੰਗ ਵਿੱਚ, 49 ਚੋਂ ਜੇ ਕੋਈ ਵੈਕੈਂਸੀ ਹੋਏਗੀ ਤਾਂ ਹੀ ਕੋਈ ਆਏਗਾ ਨਾ। ਪਰ ਡਿਮਾਂਡ ਬੜੀ, ਹਰ ਕੋਈ ਭਾਵੇਂ ਪ੍ਰੋਵਿੰਸ ਕਿਤੇ ਵੀ ਰਹਿੰਦਾ ਉਹਨਾਂ ਦੀ ਹੁੰਦੀ ਵੀ ਅਸੀਂ ਪਿਕਸ 'ਚ ਪਹੁੰਚ ਜਾਈਏ। ਤੇ ਵੈਸੇ ਵੀ ਜਿਹੜੀ ਪਿਕਸ ਦੀ ਫੈਸਿਲਿਟੀ ਹੈ ਨਾ ਉਹ ਨੰਬਰ 1 ਹੈ, ਕਿਉਂਕਿ ਪਿਕਸ ਦੇ ਦੁਆਰਾ ਜੇ ਅਸੀਂ BC ਦੇ ਗੱਲ ਕਰੀਏ, BC ਪ੍ਰੋਵਿੰਸ ਦੇ ਦੁਆਰਾ ਵੀ ਇਹ ਕਿਹਾ ਗਿਆ ਕਿ ਪਿਕਸ ਜਿਹੜੀ ਸੁਸਾਇਟੀ ਹੈ ਬਹੁਤ ਵਧੀਆ ਨੰਬਰ 1 ਦੇ ਉੱਤੇ ਕੰਮ ਕਰ ਰਹੀ ਹੈ, ਚਾਹੇ ਉਹ ਸੀਨੀਅਰਸ ਦੇ ਲਈ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕਮਿਊਨਿਟੀ ਸਰਵਿਸਿਜ਼ ਦੇ ਲਈ। ਹਾਂਜੀ ਬਿਲਕੁਲ, ਜਿਹੜੀ ਸਾਡੀ ਅਸਿਸਟਡ ਲਿਵਿੰਗ ਹੈ ਉਹਦਾ ਇੰਡੀਪੈਂਡੈਂਟ ਸਰਵੇ ਹੁੰਦਾ ਹਰ ਸਾਲ,
ਉਹਦੇ ਵਿੱਚ ਅਸੀਂ ਪਿਛਲੇ ਆਲਮੋਸਟ 5 ਸਾਲ ਤੋਂ ਨੰਬਰ 1 ਆ ਰਹੇ ਹਾਂ। ਉਹ 9 ਡਿਫਰੈਂਟ ਕੈਟਾਗਰੀਜ਼ 'ਚੋਂ ਕਰਦੇ ਨੇ ਅਸੈਸਮੈਂਟ ਐਂਡ ਵੀ ਆਰ ਨੰਬਰ 1। ਜਿਵੇਂ ਤੁਸੀਂ ਕਿਹਾ ਕਿ ਨੰਬਰ 1, ਹੁਣ ਅਸੀਂ ਨਵੇਂ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ ਅੱਜ, ਗੁਰੂ ਨਾਨਕ ਡਾਇਵਰਸਿਟੀ ਵਿਲੇਜ। ਗੁਰੂ ਨਾਨਕ ਦੇ ਨਾਮ ਦੇ ਉੱਤੇ ਇਹਦਾ ਨਾਮ ਰੱਖਿਆ ਗਿਆ। ਇਹ ਨਾਮ ਪਹਿਲਾਂ ਡਿਸਾਈਡ ਕਰਨ ਦੇ ਲਈ ਕਿਵੇਂ ਡਿਸਾਈਡ ਹੋਇਆ ਕਿ ਗੁਰੂ ਨਾਨਕ ਦੇ ਨਾਮ ਦੇ ਉੱਤੇ ਇਹ ਵਿਲੇਜ ਰੱਖਣਾ ਚਾਹੀਦਾ, ਇਹ ਪ੍ਰੋਜੈਕਟ ਰੱਖਣਾ ਚਾਹੀਦਾ? ਕਿਉਂਕਿ ਇਹਦਾ ਨਾਂ ਹੀ ਸੀਗਾ ਡਾਇਵਰਸਿਟੀ ਵਿਲੇਜ, ਠੀਕ ਹੈ ਨਾ। ਜਿੰਨਾ ਗੁਰੂ ਸਾਹਿਬ ਤੋਂ ਜ਼ਿਆਦਾ ਡਾਇਵਰਸਿਟੀ 'ਚ ਤਾਂ ਕੋਈ ਹੋਰ ਜੋ ਬਲੀਵ ਹੀ ਨਹੀਂ ਸੀ ਕਰਦਾ। ਤੇ ਜਦੋਂ 550ਵਾਂ ਸਾਲ ਉਹਨਾਂ ਦਾ ਮਨਾਇਆ ਜਾਣਾ ਸੀ ਨਾ, ਉਸ ਦੌਰਾਨ ਸੀਗਾ ਵੀ ਇਹ ਸਾਡੀ ਮਨਜ਼ੂਰੀ ਹੋ ਜਾਣੀ ਹੈ। ਤੇ ਉਦੋਂ ਸਾਡੇ ਬੋਰਡ ਵਾਲਿਆਂ ਨੇ ਤੇ ਹੋਰ ਮੈਂਬਰਸ ਨੇ ਤੇ ਹੋਰ ਸਟਾਫ ਨੇ, ਮੈਨੇਜਮੈਂਟ ਨੇ ਸੋਚਣਾ ਸ਼ੁਰੂ ਕਰਤਾ ਵੀ ਅਸੀਂ ਇਹ ਡੈਡੀਕੇਟ ਕਰੀਏ ਤਾਂ ਇਹ ਗੁਰੂ ਸਾਹਿਬ ਦਾ ਨਾਂ ਜਿਹੜਾ ਨਾ ਇਹਦੇ ਨਾਲ ਜੁੜ ਜੇ। ਪਰ ਉਹ ਡਿਲੇ ਹੋ ਗਿਆ, ਜਿਹਦੀ ਮਨਜ਼ੂਰੀ ਡਿਲੇ ਹੋਈ, ਇਸ ਕਰਕੇ ਅਸੀਂ ਉਸ ਜਦੋਂ ਅਸੀਂ ਚਾਹੁੰਦੇ ਸੀ ਇਹਦੀ ਅਨਾਉਂਸਮੈਂਟ ਹੈ, ਉਸ ਤੋਂ ਥੋੜੀ ਡਿਲੇ ਹੋ ਗਈ। ਪਰ ਜਿਹੜਾ ਸਾਡਾ ਇਰਾਦਾ ਉਹੀ ਸੀਗਾ ਵੀ ਅਸੀਂ, ਕਿਉਂਕਿ ਜਿਵੇਂ ਗੁਰੂ ਸਾਹਿਬ ਦਾ ਜਦੋਂ 500 ਸਾਲਾ ਮਨਾਇਆ ਗਿਆ ਸੀ ਨਾ, ਤੇ ਉਦੋਂ ਇੰਡੀਆ ਵਿੱਚ ਉਹਨਾਂ ਨੇ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਸੀ ਜੀ। ਉਹ ਵੇਖ ਲਓ ਲਾਈਫ ਲੌਂਗ ਲੈਗੇਸੀ ਬਣ ਗਈ, ਕਿੰਨੀ ਵੱਡੀ ਦੇਣ ਸੀਗੀ ਉਹ। ਉਸ ਇਸੇ ਤਰ੍ਹਾਂ ਅਸੀਂ ਕਿਹਾ ਸੀ 550ਵੇਂ ਸਾਲ 'ਚ ਵੀ ਕੁਛ ਨਾ ਕੁਛ ਤੇ ਹੋਏਗਾ, ਪਰ ਜ਼ਿਆਦਾ ਮੇਰੇ ਹਿਸਾਬ ਨਾਲ ਕਿਤੇ ਉਹਨਾਂ ਨੇ ਕੁਛ ਕੀਤਾ ਨਹੀਂ ਸੀ ਜੀ। ਤੇ ਅਸੀਂ ਕਿਹਾ ਵਾਈ ਨਾਟ, ਜੇ ਸਾਡੇ ਕੋਲ ਓਪਰਚੁਨਿਟੀ ਹੈ ਤੇ ਅਸੀਂ ਕਿਉਂ ਨਾ ਇਹ ਕਰੀਏ। ਤੇ ਆਈ ਐਮ ਵੈਰੀ ਹੈਪੀ ਕਿ ਸਾਡੇ ਸਾਰੇ ਬੋਰਡ ਵਾਲਿਆਂ ਨੇ, ਮੈਂਬਰਸ ਨੇ ਰਲ ਕੇ ਫੈਸਲਾ ਕੀਤਾ ਯੂਨਾਨੀਮਸਲੀ ਵੀ ਇਹ ਨਾ ਰੱਖਣਾ। ਜੀ, ਜਿਵੇਂ ਤੁਸੀਂ ਕਿਹਾ ਕਿ ਆਲਰੇਡੀ ਜਿਹੜਾ ਕੰਮ ਸ਼ੁਰੂ ਹੋ ਗਿਆ, ਜਦੋਂ ਇਹ ਬਣੇਗਾ ਤੇ ਕਿੱਥੇ ਹੋਏਗਾ, ਐਡਰੈਸ ਕੀ ਹੋਏਗਾ ਇਹਦਾ? ਇਹਦਾ ਹੈਗਾ ਜੀ ਆਪਣਾ 64 ਤੇ ਅਬਾਊਟ 175 ਤੇ ਆ। ਓਕੇ, ਹਾਂਜੀ, ਉੱਥੇ ਸਾਡੇ ਕੋਲ ਆਲਮੋਸਟ 3.25 ਏਕੜ ਜਗ੍ਹਾ ਆ। ਤੇ ਉੱਥੇ ਸਾਡੇ ਥੋੜਾ ਬਹੁਤਾ ਕੰਮ ਹੋਇਆ ਵੀ ਹੈ ਸ਼ੁਰੂ, ਪਰ ਜਿਹੜਾ ਐਕਚੁਅਲ ਕੰਮ ਹੈ, ਰੀਅਲ ਕੰਮ, ਉਹ ਉਦੋਂ ਹੋਣਾ ਸ਼ੁਰੂ ਜਦੋਂ ਸਾਨੂੰ ਸਿਟੀ ਨੇ ਮਨਜ਼ੂਰੀ ਦੇਣੀ ਹੈ, ਕਿਉਂਕਿ ਉਹਨਾਂ ਦੀ ਮਨਜ਼ੂਰੀ ਬਿਨਾਂ ਤੇ ਅਸੀਂ ਕੁਝ ਕਰ ਹੀ ਨਹੀਂ ਸਕਦੇ। ਐਸਟੀਮੇਟਡ ਟਾਈਮ ਕਿੰਨਾ ਕੁ ਹੋ ਸਕਦਾ ਹੈ ਕਿ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਹੁਣ ਡਿਲੇ ਤਾਂ ਹੋ ਰਹੀ ਹੈ, ਪਰ ਫਿਰ ਵੀ ਜੇ ਸਿਟੀ ਤੋਂ ਮਨਜ਼ੂਰੀ ਮਿਲ ਜਾਂਦੀ ਹੈ, ਉਸ ਤੋਂ ਬਾਅਦ ਕਿੰਨਾ ਟਾਈਮ ਲੱਗਣਾ ਇਹਨੂੰ ਬਣਨ ਦੇ ਲਈ? ਦੇਖੋ, ਇਹ ਅਸੀਂ ਜਿਵੇਂ ਪਹਿਲਾਂ ਕਿਹਾ ਸੀ ਡਿਵੈਲਪਮੈਂਟ ਪਰਮਿਟ ਲਈ ਅਪਲਾਈ ਕੀਤਾ ਹੋਇਆ, ਤੇ ਹੋਪ ਹੈਗੀ ਆ ਵੀ ਸਾਨੂੰ ਨਵੰਬਰ ਦੇ ਵਿੱਚ ਉਹ ਡਿਵੈਲਪਮੈਂਟ ਪਰਮਿਟ ਮਿਲ ਜਾਏਗਾ। ਤੇ ਜਿੱਦਾਂ ਮੇਅਰ ਸਾਹਿਬ ਨੇ ਕਿਹਾ ਕਿ ਮੈਂ ਫਾਸਟ ਟਰੈਕ ਕਰਨਾ, ਤੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਕੰਮ ਉਹਨਾਂ ਜ਼ਰੂਰ ਕਰਾ ਦੇਣਾ। ਉਹਦੇ ਬਾਅਦ ਸਾਡਾ ਬਿਲਡਿੰਗ ਪਰਮਿਟ ਹੈ। ਬਿਲਡਿੰਗ ਪਰਮਿਟ ਨੂੰ ਘੱਟੋ ਘੱਟ 6 ਤੋਂ 9 ਮਹੀਨੇ ਹੋਰ ਲੱਗਣੇ ਆ। ਅਗੇਨ ਜੇ ਫਾਸਟ ਟਰੈਕ ਕਰਾਉਂਦੇ ਆ ਤੇ ਉਹ ਛੇਤੀ ਵੀ ਹੋ ਸਕਦਾ। ਤੇ ਇਹ ਸਾਰਾ ਡਿਪੈਂਡ ਕਰਦਾ ਹੁਣ ਮਨਜ਼ੂਰੀਆਂ ਤੇ। ਅਸੀਂ ਤੇ ਜੋ ਉਹਨਾਂ ਨੇ ਕਹਿਣਾ ਅਸੀਂ ਪ੍ਰੋਵਾਈਡ ਕਰੀ ਜਾਣਾ, ਪਰ ਆਫਟਰ ਆਲ ਉਹ ਵੀ ਕੋਵਿਡ ਦੇ ਜ਼ਮਾਨੇ ਸਾਰੇ ਥੋੜੇ ਜਿਹੇ ਜ਼ਿਆਦਾ ਬਿਜ਼ੀ ਹੋ ਜਾਂਦੇ, ਕਈ ਵਾਰ ਸਟਾਫ ਘੱਟ ਜਾਂਦਾ, ਵਰਕ ਫਰਮ ਹੋਮ ਚੱਲ ਰਹੇ ਸੀ ਕਈ ਜਗ੍ਹਾ। ਸੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ, ਪਰ ਐਟ ਦ ਸੇਮ ਟਾਈਮ ਕਮਿਊਨਿਟੀ ਦਾ ਪ੍ਰੋਜੈਕਟ ਹੈ ਤੇ ਮੈਨੂੰ ਪੱਕਾ ਯਕੀਨ ਹੈ, ਜਿੱਦਾਂ ਮੇਅਰ ਸਾਹਿਬ ਨੇ ਕਿਹਾ, ਕਹਿੰਦੇ ਨਹੀਂ ਆਈ ਵਿਲ ਡੈਫੀਨਿਟਲੀ ਮੇਕ ਸ਼ੋਰ ਦਿਸ ਇਜ਼ ਫਾਸਟ ਟਰੈਕਡ। ਸੋ ਵੀ ਆਰ ਕਾਊਂਟਿੰਗ ਔਨ ਹਿਮ। ਜੀ ਬਿਲਕੁਲ। ਅਸੀਂ ਜਦੋਂ ਚੀਮਾ ਸਾਹਿਬ ਸੋਚਦੇ ਆ ਨਾ ਕਿ ਜਦੋਂ ਘਰ ਬਣਾਈਏ ਤਾਂ ਘਰ ਵੀ ਬਣਨ ਤੇ ਇੱਕ ਘਰ ਬਣਾਉਣਾ ਹੁੰਦਾ ਸੀ, ਉਹ ਵੀ ਬਣਨ ਤੇ ਤੁਹਾਨੂੰ ਸਾਲ 1.5 ਸਾਲ ਲੱਗ ਜਾਂਦਾ। ਹੁਣ ਜੇ ਕੋਵਿਡ ਦੀ ਗੱਲ ਕਰੀਏ ਤਾਂ, ਪਰ ਇਹ ਤਾਂ ਹੈ ਵੀ ਕਿੰਨੇ ਬੈਡਸ, ਕਮਿਊਨਿਟੀ ਪ੍ਰੋਜੈਕਟ, ਤੇ ਪ੍ਰੋਜੈਕਟ ਦੇ ਲਈ ਟਾਈਮ ਤਾਂ ਜ਼ਰੂਰ ਜਿਹੜਾ ਉਹ ਲੱਗਣਾ ਹੀ ਲੱਗਣਾ ਆ। ਹੁਣ ਜਦੋਂ 125 ਬੈੱਡ ਦੀ ਗੱਲ ਆਉਂਦੀ ਹੈ, ਜਿਵੇਂ ਤੁਸੀਂ ਕਿਹਾ ਕਿ 125 ਬੈੱਡ ਹੈਗੇ ਨੇ, ਉਹ ਅਲੱਗ-ਅਲੱਗ ਡਿਫਰੈਂਟ ਰੂਮਸ ਜਿਹੜੇ ਨੇ ਉਹ ਬਣੇ ਹੋਣਗੇ। ਸੋ ਕਿਸ ਤਰ੍ਹਾਂ ਦੀ ਇਹ ਵਿਜ਼ਨ ਹੋਏਗਾ ਇਹਦਾ? ਸਾਰੇ ਸੈਪਰੇਟ ਰੂਮ ਹੋਣੇ ਜੀ, ਸੈਪਰੇਟ ਅਟੈਚਡ ਵਾਸ਼ਰੂਮ ਹੋਣੇ ਆ। ਪੂਰਾ ਮਤਲਬ ਇਹ ਨਹੀਂ ਗਾ ਵੀ ਤੁਸੀਂ ਉਹਨਾਂ ਨੂੰ ਕਿਸੇ ਘੋਰਨੇ 'ਚ ਵਾੜ ਦੇਣਾ, ਪੂਰਾ ਪ੍ਰੋਪਰ ਸਪੇਸ ਹੋਣੀ ਹੈ। ਐਂਡ ਇਹ ਦੇਖੋ, ਕੋਵਿਡ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਵੀ ਕਈ ਜਗ੍ਹਾ ਨਾ ਉਹ ਇਕੱਠਿਆਂ ਨੂੰ ਰੱਖਿਆ ਹੋਇਆ ਸੀ ਉਹਨਾਂ ਨੇ। ਉਹਦੇ ਨਾਲ ਇਹ ਵੀ ਜੇ ਇੱਕ ਬਜ਼ੁਰਗ ਨੂੰ ਕੋਈ ਇਨਫੈਕਸ਼ਨ ਹੁੰਦੀ ਆ ਜਾਂ ਕੋਈ ਬਿਮਾਰੀ ਲੱਗਦੀ ਹੈ, ਉਹ ਰਾਈਟ ਵੇ ਕਮਿਊਨੀਕੇਬਲ ਜੋ ਹੈ ਤੇ ਦੂਜਿਆਂ ਨੂੰ ਵੀ ਹੋ ਸਕਦੀ ਹੈ। ਇਹਦੇ ਨਾਲ ਇੱਕ ਆਈਸੋਲੇਸ਼ਨ ਹੋ ਜਾਂਦੀ ਹੈ। ਠੀਕ, ਹੁਣ ਜਿਵੇਂ ਸਾਡਾ ਅਸਿਸਟਡ ਲਿਵਿੰਗ 'ਚ ਵੀ ਅਸੀਂ ਰਾਈਟ ਵੇ ਐਕਸ਼ਨ ਲੈ ਲਿਆ ਸੀਗਾ ਵੀ ਉਹਨਾਂ ਨੂੰ ਅਸੀਂ ਜਿਹੜਾ ਖਾਣਾ ਸੀ ਉਹਨਾਂ ਦੇ ਰੂਮਸ ਦੇਣਾ ਸ਼ੁਰੂ ਕਰਤਾ ਸੀ, ਵੀ ਬਜਾਏ ਕਿ ਥੱਲੇ ਆਉਣ ਮਿਕਸ ਕਰਨ ਆਪਸ 'ਚ ਮਿਕਸ, ਫਿਰ ਥੋੜਾ ਜਿਹਾ ਰਿਸਕ ਵੱਧ ਜਾਂਦਾ। ਇੱਦਾਂ ਹੀ ਅਸੀਂ ਬਾਹਰੋਂ ਆਉਣ ਜਾਣ ਤੇ ਪੂਰੀ ਪਾਬੰਦੀ ਲਾਤੀ ਸੀ ਵੀ ਕਿਸੇ ਨੂੰ ਅਸੀਂ ਆਉਣ ਹੀ ਨਹੀਂ ਦੇਣਾ। ਸ਼ੁਰੂ 'ਚ ਕੁਛ ਫੈਮਲੀਜ਼ ਨੇ ਰੋਸ ਵੀ ਵਿਖਾਇਆ, ਪਰ ਅਸੀਂ ਕਿਹਾ ਵੀ ਇਸ 'ਤੇ ਕੋਈ ਕੰਪਰੋਮਾਈਜ਼ ਨਹੀਂ। ਫਿਰ ਫਰੇਜ਼ਰ ਹੈਲਥ ਵਾਲਿਆਂ ਨੇ ਆਪ ਹੀ ਕਹਿ ਦਿੱਤਾ ਵੀ ਕੋਈ ਅੰਦਰ ਆਉਣ ਨਹੀਂ ਦੇਣਾ। ਸੋ ਅਸੀਂ ਥੋੜਾ ਜਿਹਾ ਨਾ ਜਿਹੜਾ ਕਰ ਰਹੇ ਸੀਗੇ ਵੀ ਜਿਹੜੀ ਚੀਜ਼ ਕਰਨੀ ਚਾਹੀਦੀ ਹੈ ਰਾਈਟ ਵੇ ਕਰ ਲਓ।
ਸੋ ਜਦੋਂ ਇਸ ਤਰ੍ਹਾਂ ਦਾ ਕੋਈ ਫੈਸਲੇ ਲੈਣੇ ਹੁੰਦੇ ਆ, ਜਿਵੇਂ ਤੁਸੀਂ ਕਿਹਾ ਕਿ ਕਈ ਫੈਮਿਲੀਜ਼ ਜਿਹੜੀਆਂ ਨੇ ਆਬਜੈਕਟ ਕਰਦੀਆਂ ਨੇ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਹੋਣਾ, ਤਾਂ ਕਿਸ ਤਰ੍ਹਾਂ ਟੈਕਲ ਕੀਤੀ ਜਾਂਦੀ ਹੈ ਨਹੀਂ, ਸਿਚੁਏਸ਼ਨ? ਫਿਰ ਅਸੀਂ ਸਾਰਿਆਂ ਨੂੰ ਐਕਸਪਲੇਨ ਕੀਤਾ, ਉਹਨਾਂ ਨੂੰ ਚਿੱਠੀਆਂ ਪਾਤੀਆਂ ਵੀ ਇਸ ਵੇਲੇ ਆ ਪ੍ਰੋਟੋਕਾਲ ਨੇ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਜਿਹੜੀ ਹੈ ਨਾ ਸੇਫਟੀ ਲਈ ਇਹ ਕਦਮ ਲਏ ਜਾ ਰਹੇ ਐਂਡ ਇਸ ਤੇ ਕੰਪਰੋਮਾਈਜ਼ ਨਹੀਂ ਅਸੀਂ ਕਰਨਾ। ਫਿਰ ਜਦੋਂ ਪਰ ਗੱਲ ਹੈ ਨਾ, ਆਫਟਰ ਆਲ ਆਪਣੀ ਫੈਮਿਲੀ ਨਾਲ ਬਜ਼ੁਰਗਾਂ ਦਾ ਵੀ ਤਾਂ ਮਿਲਣ ਨੂੰ ਜੀ ਕਰਦਾ। ਸੋ ਫਿਰ ਅਸੀਂ ਉਹਨਾਂ ਨੂੰ ਆ ਜਿਹੜੇ ਹੁੰਦੇ ਆ ਨਾ, ਅੱਜ ਕੱਲ੍ਹ ਤੁਹਾਨੂੰ ਪਤਾ ਸਾਰੇ ਫੋਨ ਸਮਾਰਟਫੋਨਸ ਤੇ ਤੁਸੀਂ ਵੀਡੀਓ ਕਾਲਸ ਕਰ ਸਕਦੇ ਹੋ। ਸੋ ਅਸੀਂ ਉਹ ਪ੍ਰੋਵੀਜ਼ਨ ਉਹਨਾਂ ਨੂੰ ਦੇ ਦਿੱਤੀ ਵੀ ਆਪਣੇ ਸੈਟਅਪ ਕਰਤਾ ਵੀ ਜਦੋਂ ਮਰਜ਼ੀ ਕਰਨੀ ਹੋਏ ਕਰ ਸਕਦੇ ਨੇ ਜੀ। ਫਿਰ ਜਿਉਂ ਇਹਨਾਂ ਨੇ ਥੋੜਾ ਜਿਹਾ ਰਿਲੈਕਸ ਕੀਤੇ ਕੰਡੀਸ਼ਨਸ, ਫਿਰ ਅਸੀਂ ਉਹਨਾਂ ਨੂੰ ਇੰਡੀਵਿਜੂਅਲੀ ਇੱਕ ਫੈਮਿਲੀ ਨੂੰ ਕਿਹਾ ਵੀ ਤੁਸੀਂ ਆ ਕੇ ਮਿਲ ਸਕਦੇ ਜੇ, ਟਾਈਮ ਲੈ ਕੇ ਆਓ ਤੇ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਸੈਪਰੇਟਲੀ ਜਗ੍ਹਾ ਦਾਂਗੇ, ਤੁਸੀਂ ਮਿਲ ਕੇ ਤੇ ਜਾ ਸਕਦੇ। ਸੋ ਸਾਡੀ ਕੋਸ਼ਿਸ਼ ਇਹੀ ਹੈ ਵੀ ਮਾਹੌਲ ਠੀਕ ਰਹੇ, ਪਰ ਸਾਡੀ ਜਿਹੜੀ ਬਜ਼ੁਰਗਾਂ ਦੀ ਸੇਫਟੀ ਉਹ ਪ੍ਰਾਇੋਰਟੀ ਹੈ, ਉਹ ਤੇ ਕੋਈ ਕਦੀ ਕੰਪਰੋਮਾਈਜ਼ ਨਹੀਂ ਸੀ ਕਰ ਸਕਦੇ ਜੀ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਟੈਕਨੋਲੋਜੀ ਦੇ ਨਾਲ ਵੀ, ਟਾਈਮ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਦਲਣੀਆਂ ਪੈਂਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਐਡ ਵੀ ਕਰਨੀਆਂ ਪੈਂਦੀਆਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਬਹੁਤ ਸਾਰਾ ਕੰਮ ਜਿਹੜਾ ਵੱਧ ਜਾਂਦਾ। ਜਦੋਂ ਜਿਵੇਂ ਸਾਹਿਬ ਮੈਂ ਤੁਹਾਡੀ ਪਰਸਨਲੀ ਗੱਲ ਕਰਾਂ, ਸੋ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਤੁਹਾਡੇ ਦਿਲ ਦੇ ਕਿੰਨੇ ਕਰੀਬ ਹੈ? ਬਹੁਤ ਜ਼ਿਆਦਾ ਕਰੀਬ ਹੈ ਜੀ। ਮੇਰਾ ਇਸ ਵੇਲੇ ਮੇਰਾ ਕਿ ਸਾਡੀ ਸਾਰੀ ਟੀਮ ਦਾ ਜਿਹੜਾ ਮੇਨ ਫੋਕਸ ਹੀ ਹੈ ਵੀ ਇਹਨੂੰ ਅਸੀਂ ਪੂਰਾ ਕਰੀਏ ਕਿ ਬਹੁਤ, ਕਿਉਂਕਿ ਕਮਿਊਨਿਟੀ ਦਾ ਕੰਮ ਹੈ, ਕਮਿਊਨਿਟੀ ਨੇ ਯੂਜ਼ ਕਰਨਾ, ਕਮਿਊਨਿਟੀ ਲਈ ਬਣਨਾ। ਸਾਨੂੰ ਤਾਂ ਮੌਕਾ ਦਿੱਤਾ ਰੱਬ ਨੇ ਵੀ ਇਹ ਸਾਡੇ ਥਰੂ ਬਣ ਰਿਹਾ, ਠੀਕ ਹੈ ਨਾ। ਉਹਦੇ ਲਈ ਵੀ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਤੇ ਬਣਨਾ ਸ਼ੁਰੂ ਹੋਇਆ, ਨਹੀਂ ਤੇ ਬਣਨਾ ਹੀ ਨਹੀਂ ਸੀ। ਓਨੈਸਟ ਟੂ ਗੋਡ, ਜੇ ਸਰਕਾਰ ਮਨਜ਼ੂਰੀ ਨਾ ਦਿੰਦੀ ਤੇ ਇਹ ਅੱਗੇ 10 ਸਾਲ ਇਦਾਂ ਹੀ ਲਮਕਿਆ ਰਹਿਣਾ ਸੀਗਾ। ਉਹਨਾਂ ਨੇ ਮਨਜ਼ੂਰੀ ਦਿੱਤੀ, ਉਹਨਾਂ ਨੇ ਕਿਹਾ ਵੀ ਨਹੀਂ, ਉਹਨਾਂ ਨੇ ਕੌਨਫੀਡੈਂਸ ਵਿਖਾਇਆ ਵੀ ਨਹੀਂ ਇਹ ਆਰਗੇਨਾਈਜੇਸ਼ਨ ਕਰ ਸਕਦੀ ਹੈ ਐਂਡ they gave us the project। ਅੱਛਾ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਤੁਸੀਂ ਐਜ਼ ਅ ਫਰੰਟ ਲਾਈਨ ਕੰਮ ਸ਼ੁਰੂ ਕੀਤਾ, ਮੈਨੇਜਰ ਬਣੇ, ਫਿਰ ਜਿਵੇਂ ਹੁਣ CEO ਦੀਆਂ ਰਿਸਪੌਂਸਿਬਿਲਟੀਜ਼ ਦੀ ਗੱਲ ਆ ਜਾਈਏ, ਪਹਿਲਾਂ ਤਾਂ ਹੁੰਦਾ ਕਿ ਚਲੋ ਜਵਾਬ ਦੇਣਾ ਹੁੰਦਾ ਆ, ਪਰ ਇਹ ਹੈ ਕਿ ਬਾਹਲੀ ਰਿਸਪੌਂਸਿਬਿਲਟੀ ਨਹੀਂ ਹੁੰਦੀ। ਪਰ ਹੁਣ CEO ਐਜ਼ ਅ CEO ਬਹੁਤ ਲੰਮੇ ਸਮੇਂ ਤੋਂ ਹੁਣ ਤੁਸੀਂ CEO ਦੀਆਂ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਸਰਵਿਸਿਜ਼ ਨਿਭਾ ਰਹੇ ਆ, ਤੁਹਾਡੇ ਲਈ ਕਿੰਨਾ ਕੁ ਔਖਾ ਹੁੰਦਾ ਮੈਨੇਜ ਕਰਨਾ ਸਾਰਾ ਕੁਝ? ਨਹੀਂ, ਦੇਖੋ ਇਹ ਸਾਰਾ ਜਿਹੜਾ ਹੁੰਦਾ ਨਾ ਡਿਪੈਂਡ ਕਰਦਾ ਤੁਹਾਡੀ ਟੀਮ ਤੇ। ਜਿਹੜੀ ਪਿਕਸ ਇਜ਼ ਵੈਰੀ ਫੋਰਚੂਨੇਟ ਕਿ ਸਾਡੇ ਕੋਲ ਬਹੁਤ ਐਕਸਪੀਰੀਅੰਸ ਤੇ ਐਜੂਕੇਟਡ ਐਂਡ ਬੜੇ ਕਮਿਟਡ ਸਟਾਫ ਹੈਗੇ ਆ, ਮੈਨੇਜਮੈਂਟ ਟੀਮ ਹੈਗੀ ਆ। ਇਸੇ ਕਰਕੇ ਸਾਡੇ ਜਿਹੜੇ ਆ, ਜਿਵੇਂ ਤੁਹਾਨੂੰ ਦੱਸਿਆ ਨਾ, ਸਾਡੀ ਅਸਿਸਟਡ ਲਿਵਿੰਗ ਦਾ ਜਿਹੜਾ ਉੱਥੇ ਹਰ ਵਾਰੀ ਨੰਬਰ 1 ਆਉਂਦਾ, ਕਿਉਂਕਿ ਉਹ ਮੈਨੇਜਮੈਂਟ ਐਂਡ ਸਟਾਫ ਕਮਿਟਡ ਨੇ। ਜੇ ਕਮਿਟਡ ਨਾ ਹੋਣ ਤੇ ਜਿੱਦਾਂ ਬਾਕੀ ਕਹਿਣਾ ਨਹੀਂ ਚਾਹੀਦਾ, ਕਈ ਜਗ੍ਹਾ ਤੁਸੀਂ ਵੇਖਿਆ ਗੋਡ 'ਚ ਬਹੁਤ ਜ਼ਿਆਦਾ ਬਿਲਕੁਲ ਈਵਨ ਕਿ ਜਦੋਂ ਅਸੀਂ ਮਿਲਟਰੀ ਦੀ ਰਿਪੋਰਟ ਵੀ ਦੇਖਦੇ ਆ, ਉਹਦੇ ਵਿੱਚ ਵੀ ਦੇਖ ਕੇ ਨਾ ਮਤਲਬ ਇਹ ਹੁੰਦਾ ਕਿ ਅਸੀਂ ਡਿਵੈਲਪਡ ਕੰਟਰੀ ਦੇ ਵਿੱਚ ਰਹਿੰਦੇ ਆ, ਸਾਡੇ ਬਜ਼ੁਰਗਾਂ ਦਾ ਕਿਸ ਤਰ੍ਹਾਂ ਹਾਲ ਹੋਇਆ, ਉਹ ਵੀ ਜਦੋਂ ਅਸੀਂ ਭਰੋਸਾ ਕਰਦੇ ਆ ਇੱਕ ਲੌਂਗ ਟਰਮ ਕੇਅਰ ਹੋਮ। ਸੋ ਇਸ ਕਰਕੇ ਮੈਂ ਅਗੇਨ ਕਹਿ ਰਿਹਾ ਕਿ ਵੀ ਆਰ ਵੈਰੀ ਫੋਰਚੂਨੇਟ, ਸਾਡੇ ਕੋਲ ਬਹੁਤ ਚੰਗਾ ਡੈਡੀਕੇਟਡ ਕਮਿਟਡ ਟੀਮ ਆ, ਸਟਾਫ ਆ, ਜਿਹੜੇ ਹਰ ਵੇਲੇ ਅਵੇਲੇਬਲ ਨੇ, ਠੀਕ ਹੈ। ਜਿੰਨੇ ਹੁਣ ਪ੍ਰੋਜੈਕਟ ਅਸੀਂ ਕਰਦੇ ਆ ਜਾਂ ਸੋਚਦੇ ਆ, ਉਹ ਤਾਂ ਹੀ ਹੁੰਦੇ ਜੇ ਤੁਹਾਡੀ ਟੀਮ ਜਿਹੜੀ ਆ ਕੋਈ ਇਨੀਸ਼ੀਏਟਿਵ ਲਏ ਜੀ। ਬਿਲਕੁਲ। ਸੋ ਫੋਰਚੂਨੇਟਲੀ ਸਾਡੇ 'ਚ ਇਹੀ ਹੈ ਵੀ ਹਰ ਇੱਕ ਨੂੰ ਅਸੀਂ ਪੂਰਾ ਪ੍ਰੋਪਰ ਰੂਮ ਦਿੰਦੇ ਆ ਟੂ ਡੂ ਵਾਟ ਐਵਰ ਦੇ ਕੈਨ। ਕਿਸੇ ਤੇ ਜੇ ਤੁਸੀਂ ਅਗਲਿਆਂ ਨੂੰ ਨਾ ਉਹ ਕਹਿੰਦੇ ਆ ਮਾਈਕਰੋ ਮੈਨੇਜ ਕਰੋ ਤੇ ਪ੍ਰੋਬਲਮ ਆ ਜਾਂਦੀ ਹੈ। ਜਦੋਂ ਤੁਸੀਂ ਅਗਲਿਆਂ ਨੂੰ ਪੂਰੀ ਖੁੱਲ੍ਹ ਦਿਓ ਫਿਰ ਹਰ ਕੋਈ ਆਪਣਾ ਵੱਧ ਕੇ ਕੰਮ ਕਰਦਾ। ਸੋ ਵੀ ਆਰ ਵੈਰੀ ਫੋਰਚੂਨੇਟ। ਪਿਕਸ ਕੋਲ ਬਹੁਤ ਵਧੀਆ ਡੈਡੀਕੇਟਡ ਟੀਮ ਹੈ। ਸਾਡੇ ਦੇਖੋ ਪਿਛਲੇ 5-6 ਸਾਲ ਵਿੱਚ ਆਲਮੋਸਟ 125 ਤੋਂ ਸਾਡਾ 250 ਸਟਾਫ ਹੋ ਗਿਆ। ਸੋ ਗਰੋਥ ਹੋ ਰਹੀ ਹੈ। ਇਸੇ ਤਰ੍ਹਾਂ ਸਾਡੇ ਪ੍ਰੋਜੈਕਟ ਇੰਨੇ ਜ਼ਿਆਦਾ ਵੱਧ ਰਹੇ ਨੇ ਬਿਕੋਜ਼ ਦੇयर ਇਜ਼ ਅ ਨੀਡ। ਸਾਨੂੰ ਹੁੰਦਾ ਵੀ ਜੇ ਕੋਈ ਨੀਡ ਹੈਗੀ ਆ ਤੇ ਉਹਨੂੰ ਜ਼ਰੂਰ ਅਸੀਂ ਪੂਰਾ ਕਰਨ ਦੀ ਟਰਾਈ ਕਰਦੇ ਹਾਂ। ਕੋਸ਼ਿਸ਼ ਜਿਹੜੀ ਆ ਸ਼ੁਰੂਆਤ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਇਨੀਸ਼ੀਏਟਿਵ ਕਿਸੇ ਨਾ ਕਿਸੇ ਨੂੰ ਲੈਣਾ ਜ਼ਰੂਰੀ ਹੈਗਾ। ਪਰ ਜਦੋਂ ਇਨੀਸ਼ੀਏਟਿਵ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਪਿੱਛੇ ਹਟ ਜਾਂਦੇ ਆ ਵੀ ਨਹੀਂ ਠੀਕ ਹੈ ਵੀ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਹੈ। ਪਰ ਇਹ ਹੈ ਕਿ ਬਹੁਤ ਸਾਰੇ ਲੋਕ ਅੱਗੇ ਵੱਧ ਕੇ ਆਪਣੇ ਜ਼ੋਨ ਚੋਂ ਪਾਸੇ ਹੋ ਕੇ ਫਿਰ ਸੋਚਦੇ ਹੈਗੇ ਆ, ਸੋਚ ਲੈ ਕੇ ਆਉਂਦੇ ਆ। ਆਪਣੇ ਲਈ ਤਾਂ ਹਰ ਕੋਈ ਸੋਚ ਲੈਂਦਾ ਪਰ ਦੂਜਿਆਂ ਦੇ ਲਈ ਸੋਚਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਹੈ। ਹੁਣ ਚੀਮਾ ਸਾਹਿਬ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਪਿਕਸ, ਉਦੋਂ ਜਦੋਂ ਇਹ ਗੱਲ ਹੋਈ ਕਿ ਅਸਿਸਟਡ ਲਿਵਿੰਗ ਹੋਣੀ ਚਾਹੀਦੀ ਹੈ, ਇੰਡੀਪੈਂਡੈਂਟ ਲਿਵਿੰਗ ਹੋਣੀ ਚਾਹੀਦੀ ਹੈ,
ਬਜ਼ੁਰਗਾਂ ਦੇ ਲਈ ਇੱਕ ਅਲੱਗ ਤੋਂ ਫੈਸਿਲਿਟੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪਰਿਵਾਰਾਂ ਨੇ ਵੀ ਇਹਦਾ ਜਿਹੜਾ ਅਪੋਜ਼ ਕੀਤਾ ਕਿ ਕਿਉਂ ਤੁਸੀਂ ਬਜ਼ੁਰਗਾਂ ਨੂੰ ਸਾਨੂੰ ਅਲੱਗ ਕਰਦੇ ਆ, ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਅਲੱਗ ਰਹੋ। ਪਰ ਹੁਣ ਅੱਜ ਦੇ ਜ਼ਮਾਨੇ ਦੀ ਇਹ ਨੀਡ ਬਣ ਚੁੱਕਿਆ। ਚਾਹੇ ਸਾਨੂੰ ਘਰਾਂ ਦੇ ਵਿੱਚ ਵੀ, ਜੇ ਅਸੀਂ ਘਰਾਂ ਦੇ ਵਿੱਚ ਰਹਿੰਦੇ ਆ, ਸਾਨੂੰ ਬਜ਼ੁਰਗਾਂ ਦੀ ਉਨੀ ਹੀ ਟੇਕ ਕੇਅਰ ਕਰਨੀ ਪੈਂਦੀ ਹੈ। ਪਰ ਬਹੁਤ ਸਾਰੀਆਂ ਫੈਮਲੀਜ਼ ਹੁੰਦੀਆਂ ਨੇ ਕਿ ਜਿਹੜੀਆਂ ਨਹੀਂ, ਜਿਹੜੇ ਬਜ਼ੁਰਗ ਹੁੰਦੇ ਆ ਕਿ ਨਹੀਂ, ਅਸੀਂ ਨਹੀਂ ਹੈਪੀ ਫੈਮਲੀ ਦੇ ਨਾਲ। ਹੁਣ ਉਹ ਫੈਮਲੀਜ਼ ਦਾ ਕਿਸ ਤਰ੍ਹਾਂ ਦਾ ਰਿਸਪੌਂਸ? ਦੇਖੋ, ਜਿੱਦਾਂ ਤੁਸੀਂ ਆਪ ਹੀ ਕਿਹਾ, ਜਦੋਂ ਸ਼ੁਰੂ ਕੀਤਾ ਸੀ ਨਾ ਪ੍ਰੋਜੈਕਟ, ਜਿਹੜਾ ਪਹਿਲਾ ਇੰਡੀਪੈਂਡੈਂਟ ਲਿਵਿੰਗ, ਤੇ ਉਦੋਂ ਕਾਫੀ ਜ਼ਿਆਦਾ ਥੋੜੀ ਬੈਕਲੈਸ਼ ਵੀ ਹੁੰਦੀ ਸੀ, ਪੁਸ਼ਬੈਕ ਵੀ ਸੀਗਾ ਕਮਿਊਨਿਟੀ ਦਾ, ਵੀ ਇਹ ਕਿਉਂ ਕਰ ਰਹੇ ਨੇ, ਸਾਡੇ ਬਜ਼ੁਰਗਾਂ ਨੂੰ ਇਹ ਖਰਾਬ ਕਰਨਗੇ, ਇਹ ਉਹਨਾਂ ਨੂੰ ਭੜਕਾ ਰਹੇ ਨੇ, ਵਾਟਐਵਰ। ਪਰ ਗੱਲ ਇਹ ਨੀਡ ਤਾਂ ਹੈਗੀ ਸੀਗੀ, ਹੈ ਨਾ। ਜਦੋਂ ਬਜ਼ੁਰਗ ਉੱਥੇ ਆ ਕੇ ਜਿਹੜੇ ਰਹਿਣ ਲੱਗ ਪਏ, ਜਦੋਂ ਉਹਨਾਂ ਦੇ ਫਰੈਂਡਸ ਤੇ ਦੂਜਿਆਂ ਨੇ ਆ ਕੇ ਵੇਖਿਆ, ਉਹ ਕਹਿੰਦੇ ਨਹੀਂ ਯਾਰ ਅਸੀਂ ਗਲਤ ਸੀਗੇ। ਹੁਣ ਸਾਰੇ ਤਾਂ ਹੀ ਕਿਹਾ ਨਾ, ਹੁਣ 1500 ਦੀ ਵੇਟਿੰਗ ਲਿਸਟ ਤਾਂ ਹੀ ਬਣੀ ਹੋਈ ਕਿਉਂਕਿ ਨੀਡ ਹੈ, ਐਂਡ ਦੇ ਫੀਲ ਕਿ ਨਹੀਂ ਇਹ ਵਾਕਈ ਸਹੀ ਹੋ ਰਿਹਾ ਕੰਮ। ਜੀ ਬਿਲਕੁਲ, ਕਿਉਂਕਿ ਜਦੋਂ ਪੋਜ਼ਿਟਿਵ ਚੀਜ਼ਾਂ ਸਾਹਮਣੇ ਆਉਣ ਲੱਗ ਜਾਂਦੀਆਂ ਤੇ ਹਰ ਕੋਈ ਜਿਹੜਾ ਸਪੋਰਟ ਕਰਦਾ ਹੈਗਾ ਹੈ। ਹੁਣ ਕਮਿਊਨਿਟੀ ਦੀ ਤੁਸੀਂ ਗੱਲ ਕੀਤੀ ਹੈ ਕਿ ਕਮਿਊਨਿਟੀ ਦਾ ਬੈਕਲੈਸ਼ ਹੋਇਆ ਤੇ ਹੁਣ ਉਹੀ ਕਮਿਊਨਿਟੀ ਜਿਹੜਾ ਸਾਥ ਦੇ ਰਹੀ ਹੈ। ਬੈਕਲੈਸ਼ ਨਹੀਂ, ਕੁਝ ਬੰਦੇ ਹੁੰਦੇ ਜਿਨ੍ਹਾਂ ਨੂੰ ਹੁੰਦਾ ਵੀ ਕੁਝ ਨਾ ਕੁਝ ਕਹਿਣਾ ਹੀ ਹੁੰਦਾ। ਓਵਰਆਲ ਤੇ ਕਮਿਊਨਿਟੀ ਨੇ ਹਮੇਸ਼ਾ ਸਾਡਾ ਸਾਥ ਦਿੱਤਾ, ਪਰ ਉਸ ਮੁੱਦੇ ਤੇ ਸ਼ੁਰੂ ਚ ਜਿਵੇਂ ਆਪਣਾ ਹੁੰਦਾ ਨਾ, ਟ੍ਰਾਂਜੀਸ਼ਨ ਹੋਮ ਹੁੰਦਾ ਫॉर ਵੂਮਨ ਹੂ ਆਰ ਫਲੀਇੰਗ ਡੋਮੈਸਟਿਕ ਵਾਇਲੈਂਸ, ਉਹਦੇ ਲਈ ਵੀ ਸਾਨੂੰ ਕਿਉਂਕਿ ਬਹੁਤ ਜ਼ਰੂਰਤ ਹੈ ਆਪਣੀ ਕਮਿਊਨਿਟੀ, ਆਪਣੀ ਕੀ ਸਾਰੀਆਂ ਕਮਿਊਨਿਟੀ ਦੀ ਜ਼ਰੂਰਤ ਹੈ, ਉਹਦੇ ਲਈ ਵੀ ਅਸੀਂ ਬਣਾਇਆ ਹੋਇਆ ਪ੍ਰੋਜੈਕਟ, ਠੀਕ ਹੈ ਨਾ। ਉਹਦੇ ਲਈ ਵੀ ਸਾਨੂੰ ਸ਼ੁਰੂ 'ਚ ਕਈਆਂ ਨੇ ਕਿਹਾ ਵੀ ਇਹ ਗਲਤ ਕੰਮ ਕਰ ਰਹੇ ਨੇ, ਪਰ ਜਿਹੜਾ ਸਹੀ ਕੰਮ ਉਹ ਤੇ ਸਹੀ ਹੁੰਦਾ ਜੀ। ਬਿਲਕੁਲ, ਮੈਜੋਰਿਟੀ ਜਿਹੜੇ ਪਾਸੇ ਹੈਗੀ ਹੈ, ਜਿਹੜੀ ਚੀਜ਼ ਦੀ ਲੋੜ ਹੈਗੀ ਹੈ, ਡਿਮਾਂਡ ਹੈਗੀ ਹੈ, ਕਿਉਂਕਿ ਅਸੀਂ ਸਿਰਫ ਤੇ ਸਿਰਫ ਇਹ ਨਹੀਂ ਦੇਖਦੇ ਕਿ ਸਾਡੀ ਕਮਿਊਨਿਟੀ, ਬਾਕੀ ਕਮਿਊਨਿਟੀਜ਼ ਵੀ ਦੇਖਦੇ ਆ, ਉੱਥੇ ਵੀ ਡਿਮਾਂਡ ਹੈਗੀ ਹੈ, ਉੱਥੇ ਉਹਨਾਂ ਪ੍ਰੋਜੈਕਟਸ ਦੇ ਉੱਤੇ ਕੰਮ ਹੋ ਰਿਹਾ। ਸਾਨੂੰ ਵੀ ਆਪਣੀ ਕਮਿਊਨਿਟੀ ਦੇ ਲਈ ਕੁਝ ਕਰਨਾ ਚਾਹੀਦਾ ਹੈ ਕਿ ਸਾਡੀ ਕਮਿਊਨਿਟੀ ਦੇ ਲੋਕ, ਹੁਣ ਅਸੀਂ ਜੇ ਦੇਖੀਏ ਬਹੁਤ ਜ਼ਿਆਦਾ ਲੋਕ, ਮੈਜੋਰਿਟੀ ਲੋਕ ਇੱਥੇ ਪਹੁੰਚ ਰਹੇ ਹੈਗੇ ਨੇ, ਚਾਹੇ ਉਹ ਇੰਡੀਆ ਤੋਂ ਆ ਰਹੇ ਨੇ, ਚਾਹੇ ਉਹ ਕਿਸੇ ਹੋਰ ਦੇਸ਼ ਤੋਂ ਆ ਰਹੇ ਨੇ। ਇਹ ਨਹੀਂ ਕਿ ਸਿਰਫ ਇੰਡੀਆ ਵਾਲੇ ਜਾਂ ਪੰਜਾਬ ਵਾਲੇ ਲੋਕ ਹੀ ਰਹਿ ਰਹੇ ਨੇ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਇੰਡੀਪੈਂਡੈਂਟ ਦੇ ਸਿਸਟਰ ਦੇ ਵਿੱਚ ਉੱਥੇ ਲੋਕਾਂ ਦੇ ਨਾਲ ਗੱਲ ਹੁੰਦੀ ਹੈ, ਫਿਲੀਪੀਨੋ ਕਮਿਊਨਿਟੀ ਦੇ ਲੋਕ ਵੀ ਜਿਹੜੇ ਨੇ ਉਹ ਪਿਕਸ ਦੇ ਵਿੱਚ ਰਹਿ ਰਹੇ ਨੇ। ਇਹ ਨਹੀਂ ਕਿ ਸਿਰਫ ਤੇ ਸਿਰਫ ਆਪਣੀ ਕਮਿਊਨਿਟੀ ਦੇ ਲਈ, ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਸਰਵਿਸਿਜ਼ ਨੂੰ ਲਾਈਕ ਕਰ ਰਹੇ ਨੇ, ਪਸੰਦ ਕਰ ਰਹੇ ਨੇ। ਬਿਲਕੁਲ, ਸਾਡੇ ਕੋਲ ਜਦੋਂ ਅਸਿਸਟਡ ਲਿਵਿੰਗ ਵਿੱਚ 9 ਨੈਸ਼ਨੈਲਿਟੀਜ਼ ਦੇ ਬੰਦੇ ਰਹਿੰਦੇ ਰਹੇ ਆ, ਵਿੱਚ ਗੋਰੇ ਵੀ ਸੀਗੇ, ਵਿੱਚ ਯੂ ਰਾਈਟ, ਫਿਲੀਪੀਨੋ ਵਾਲੇ, ਫੀਜੀ ਵਾਲੇ, ਪਾਕਿਸਤਾਨ ਵਾਲੇ, ਇੰਡੀਆ ਵਾਲੇ, ਐਂਡ ਡਿਫਰੈਂਟ ਰਿਲੀਜਨ ਵਾਲੇ, ਸਾਰੇ ਉੱਥੇ ਰਹਿੰਦੇ ਰਹੇ ਆ, ਐਂਡ ਬੜੇ ਪਿਆਰ ਨਾਲ, ਮੁਹੱਬਤ ਨਾਲ ਰਹਿੰਦੇ ਨੇ ਜੀ। ਕੋਈ ਇਸ਼ੂ ਹੀ ਨਹੀਂ ਉੱਥੇ। ਹਰ ਚੀਜ਼, ਸਾਰੇ ਤਿਉਹਾਰ ਮਨਾਏ ਜਾਂਦੇ ਆ। ਤੁਸੀਂ ਵੇਖੋ, ਵਿਸਾਖੀ ਮਨਾਇਆ ਜਾਂਦਾ, ਕ੍ਰਿਸਮਸ, ਨਿਊ ਈਅਰ, ਐਂਡ ਈਦ ਮਨਾਈ ਜਾਂਦੀ ਹੈ। ਸੋ ਇਸੇ ਤਰ੍ਹਾਂ ਜਿਹੜੇ ਬਰਥਡੇ ਆ, ਹਰ ਮਹੀਨੇ ਉਹ ਦੇਖ ਲੈਂਦੇ ਵੀ ਆ ਇਸ ਮਹੀਨੇ 6 ਜਣਿਆਂ ਦਾ ਬਰਥਡੇ, ਉਹ ਇੱਕ ਦਿਨ ਉਹਨਾਂ ਰੱਖਿਆ ਹੁੰਦਾ, ਪਤਾ ਨਹੀਂ ਕਿਹੜਾ, ਲਾਸਟ ਥਰਸਡੇ ਸ਼ਾਇਦ, ਜਿਹੜਾ ਵੀ ਹੈ, ਉਦੋਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਉਹ ਬਰਥਡੇ ਮਨਾ ਦਿੰਦੇ ਆ, ਉਸ ਬਾਕੀ ਸਾਰੇ ਵਿੱਚ ਸ਼ਾਮਿਲ ਹੋ ਜਾਂਦੇ ਆ। ਸੋ ਇੱਕ ਡਿਫਰੈਂਟ ਮਾਹੌਲ ਜਿਹਾ ਕ੍ਰੀਏਟ ਹੋ ਜਾਂਦਾ ਜੀ। ਬਿਲਕੁਲ, ਇਹ ਹੈ ਕਿ ਆਪਣਾ ਖੁਦ ਦਾ ਉਹਨਾਂ ਨੂੰ ਟਾਈਮ ਸਪੈਂਡ ਕਰਨ ਦਾ ਜਿਹੜਾ ਮੌਕਾ ਮਿਲ ਜਾਂਦਾ। ਹੁਣ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੇ ਵਿੱਚ ਜਦੋਂ ਹੁਣ ਬੈਡਸ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੇ ਪੇਸ਼ੈਂਟਸ ਆਉਣੇ ਨੇ ਜਾਂ ਸੀਨੀਅਰਸ ਆਉਣੇ ਨੇ, ਉਹ ਸਾਰੀ ਲਿਸਟ ਜਿਹੜੀ ਹੈ ਉਹ ਵੀ ਫਰੇਜ਼ਰ ਹੈਲਥ ਦੇ ਦੁਆਰਾ ਤਿਆਰ ਕੀਤੀ ਜਾਣੀ ਹੈ ਸਾਰੇ। ਬਿਲਕੁਲ, ਉੱਥੇ 100% ਫਰੇਜ਼ਰ ਹੈਲਥ ਦੇ ਥਰੂ ਰੈਫਰ ਹੋਣੇ। ਇਹ ਨਹੀਂ ਕਿ ਮੇਰਾ ਬਜ਼ੁਰਗ ਹੈ, ਤੁਹਾਡਾ ਬਜ਼ੁਰਗ ਹੈ ਜੀ, ਸਿਫਾਰਿਸ਼ ਪਾ ਕੇ ਆ ਜੇ, ਨੋ। Has to be properly assessed and they can only come through Fraser Health, period. ਜੀ ਬਿਲਕੁਲ, ਕਿਉਂਕਿ ਫਰੇਜ਼ਰ ਹੈਲਥ ਦੀਆਂ ਸਰਵਿਸਿਜ਼ ਤੋਂ ਬਿਨਾਂ ਜਿਹੜਾ ਉਹ ਕੁਝ ਵੀ ਨਹੀਂ ਹੋ ਸਕਦਾ। ਜਿਵੇਂ ਤੁਸੀਂ ਕਿਹਾ ਕਿ ਸਾਡਾ ਵੀ ਪਹਿਲਾ ਐਕਸਪੀਰੀਅੰਸ ਹੈ, ਪਰ ਸਾਨੂੰ ਇਹ ਹੈ ਕਿ ਅਸੀਂ ਜਿਹੜਾ ਹੈ ਉਹ ਪ੍ਰੋਜੈਕਟ ਬਣਾ ਦਿੱਤਾ ਹੈ, ਕਮਿਊਨਿਟੀ ਦਾ ਪ੍ਰੋਜੈਕਟ ਹੈ, ਪਰ ਕਮਿਊਨਿਟੀ ਦੀ ਵੀ ਲੋੜ ਹੈਗੀ ਹੈ, ਫੰਡ ਰੇਜ਼ਿੰਗ ਦੀ ਵੀ ਲੋੜ ਹੈਗੀ ਹੈ ਕਿ ਫੰਡ ਰੇਜ਼ ਜਿਹੜਾ ਜ਼ਰੂਰ ਕਰਨਾ ਜਿਹੜਾ ਬਣਦਾ ਹੈਗਾ ਆ। ਚਾਹੇ ਜਿਹੜਾ 5 ਮਿਲੀਅਨ ਦਾ ਟਾਰਗੇਟ ਜਿਹੜਾ ਪ੍ਰੋਵਿੰਸ ਦੇ ਵੱਲੋਂ ਦਿੱਤਾ ਗਿਆ ਤੁਹਾਨੂੰ ਕਿ ਇਹ ਪੂਰਾ ਕਰੋ ਪਹਿਲਾਂ, ਤਾਂ ਫਿਰ ਦੇਖਦੇ ਹਾਂ। ਸੋ ਇਹ ਹੈਜ਼ ਟੂ ਬੀ ਪਹਿਲਾਂ ਪੂਰਾ ਹੋਣਾ ਚਾਹੀਦਾ ਜਾਂ ਨਾਲ ਇਹ ਕੰਮ ਚੱਲਦਾ ਹੈਗਾ? ਕਦੋਂ ਤੱਕ ਇਹ ਜਿਹੜੀ ਫੰਡ ਰੇਜ਼ਿੰਗ ਦੀ ਲਿਮਿਟ ਹੈਗੀ? ਨਾਲ ਚੱਲੀ ਜਾਣਾ। ਜਦੋਂ ਇਹ ਖੁੱਲ੍ਹਣਾ 2024 ਸੀਗਾ, ਪਰ ਹੁਣ ਕੋਵਿਡ ਕਰਕੇ ਡਿਲੇ ਹੋ ਗਿਆ 2025 ਵਿੱਚ। ਉਸ ਤੋਂ ਪਹਿਲਾਂ ਅਸੀਂ 5 ਮਿਲੀਅਨ ਇਕੱਠਾ ਕਰਨਾ, ਪਰ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਕਮਿਊਨਿਟੀ ਦੇ ਸਹਿਯੋਗ ਨਾਲ ਇਹ ਸਾਡਾ, ਮੇਰਾ ਖਿਆਲ, ਅਗਲੇ 2 ਸਾਲ 'ਚ ਇਕੱਠਾ ਹੋ ਜਾਣਾ ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਅਗਲੇ 2 ਸਾਲਾਂ ਦੇ ਵਿੱਚ ਇਕੱਠਾ ਹੋਪਫੁਲੀ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਹੀ ਇਕੱਠਾ ਹੋ ਜਾਵੇ, ਤੇ ਸ਼ਾਇਦ ਜਿਹੜਾ ਹੋਰ ਪ੍ਰੋਜੈਕਟ ਅੱਗੇ ਵਧਾਉਣ ਦੀ ਤੁਸੀਂ ਸੋਚ ਲਓ ਕਿ ਲੋਕਾਂ ਨੇ ਇੰਨਾ ਪਰਵਾਹ ਜਿਹੜਾ ਸਾਨੂੰ ਸਾਥ ਦਿੱਤਾ ਹੈ ਕਿ ਅਸੀਂ ਹੋਰ ਪ੍ਰੋਜੈਕਟ ਜਿਹੜੇ ਉਹ ਚਲਾਈਏ। ਪਿਕਸ ਦੇ ਦੁਆਰਾ ਹੋਰ ਕਿਹੜੇ ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਆ, ਚਾਹੇ ਅਸੀਂ ਸੀਨੀਅਰਸ ਦੀ ਗੱਲ ਕਰ ਲੈਂਦੇ ਹਾਂ, ਯੂਥ ਦੀ ਗੱਲ ਕਰ ਲੈਂਦੇ ਹਾਂ, ਔਰਤਾਂ ਦੀ ਗੱਲ ਕਰ ਲੈਂਦੇ ਹਾਂ, ਕਿਹੜੇ ਹੋਰ ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਤੇ ਪਿਕਸ ਦੇ ਦੁਆਰਾ ਕੰਮ ਕੀਤਾ ਜਾਂਦਾ? ਦੇਖੋ, ਮੈਂ ਜਿਵੇਂ ਪਹਿਲਾਂ ਕਿਹਾ ਨਾ, ਸਾਡੇ ਕੋਲ ਇੰਪਲੋਇਮੈਂਟ
एम्पावरमेंट प्रोग्राम्स हैगे जिस च काफ़ी ज़्यादा डिफरेंट वैरायटी ऑफ प्रोग्राम्स ने, डिफरेंट एज वालिਆਂ ਦੇ ਨੇ, डिफरेंट यूथ वालिਆਂ ਲਈ ਵੀ ਨੇ, ਵਿਮਨ ਲਈ ਨੇ ਤੇ 55 ਪਲੱਸ ਵਾਲਿਆਂ ਲਈ ਨੇ, 45 ਪਲੱਸ ਵਾਲਿਆਂ ਲਈ ਨੇ ਤੇ ਇਸੇ ਤਰ੍ਹਾਂ ਟ੍ਰੇਨਿੰਗ ਪ੍ਰੋਗਰਾਮਸ ਨੇ, ਸੈਟਲਮੈਂਟ ਸਰਵਿਸਿਜ਼ ਨੇ। ਜਿਹੜਾ ਨਵਾਂ ਬੰਦਾ ਇੱਥੇ ਆਉਂਦਾ, ਨਵਾਂ ਪਰਿਵਾਰ ਆਉਂਦਾ, ਉਹਨਾਂ ਨੂੰ ਲੋੜ ਹੁੰਦੀ ਆ ਟੂ ਗੈਟ ਇਨਫੋਰਮੇਸ਼ਨ, ਟੂ ਫਾਈਂਡ ਆਊਟ ਵੀ ਕਿੱਥੇ ਜਾਣਾ, ਸਕੂਲ ਤੇ ਕਿੱਦਾਂ ਜਾਣਾ, ਚਾਈਲਡ ਬੈਨੀਫਿਟ ਕਿੱਦਾਂ ਲੈਣਾ, ਜੋ ਵੀ ਹੈਗੀ ਆ ਉਹ ਹਰ ਚੀਜ਼ ਲਈ ਆ ਕੇ ਸਾਡੇ ਕੋਲ ਆ ਜਾਂਦੇ। ਜਿਹੜੇ ਇੱਥੇ ਆਲਰੇਡੀ ਰਹਿ ਰਹੇ ਨੇ ਉਹ ਵੀ ਆ ਜਾਂਦੇ ਨੇ ਜੀ, ਸਾਨੂੰ ਅਸੀਂ ਪਾਸਪੋਰਟ ਬਣਾਉਣਾ ਇਹਦੇ ਲਈ ਹੈਲਪ ਕਰੋ। ਅੱਛਾ, ਕਿਸੇ ਵੀ ਤਰ੍ਹਾਂ ਦੀ ਸਰਵਿਸ ਜਿਹੜੀ ਆ ਉਹ ਲਈ ਜਾ ਸਕਦੀ ਹੈ। ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕਿਤੇ ਹੋਰ ਇਹਨਾਂ ਨੂੰ ਦੱਸ ਸਕਦੇ ਆ ਕਿ ਨਹੀਂ ਇੱਥੇ ਤੁਸੀਂ ਜਾਓ, ਇਹ ਡਾਇਰੈਕਸ਼ਨਸ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ। ਐਗਜ਼ੈਕਟਲੀ, ਕਿਉਂਕਿ ਦੇਖੋ ਆਫਟਰ ਆਲ ਸਾਨੂੰ ਉਹ ਪ੍ਰੋਜੈਕਟ ਇੱਕ ਨਾ ਅਸਾਈਨ ਹੋਇਆ ਹੁੰਦਾ ਵੀ ਇਸ ਪ੍ਰੋਜੈਕਟ ਤੇ ਤੁਸੀਂ ਕੰਮ ਕਰਨਾ, ਉਹਦੇ ਤੇ ਸਾਡਾ ਸਟਾਫ ਕੰਮ ਕਰ ਰਿਹਾ ਹੁੰਦਾ। ਹਾਂ, ਜਿਵੇਂ ਤੁਸੀਂ ਕਿਹਾ ਵੀ ਜੇ ਕੋਈ ਹੋਰ ਕੋਈ ਇਨਫੋਰਮੇਸ਼ਨ ਦੀ ਲੋੜ ਪੈ ਗਈ ਜਾਂ ਜਿਹੜੀ ਸਰਵਿਸ ਅਸੀਂ ਨਹੀਂ ਦੇ ਰਹੇ, ਦੈਨ ਵੀ ਰੈਫਰ ਦੈਮ ਆਊਟ ਵੀ ਸਾਡੇ ਕੋਲ ਨਹੀਂ, ਤੁਸੀਂ ਇਹਨਾਂ ਕੋਲ ਚਲ ਜਾਓ। ਕਈ ਵਾਰ ਇਸ ਗੱਲ ਤੋਂ ਵੀ ਗੁੱਸਾ ਕਰ ਜਾਂਦੇ ਲੋਕੀ ਵੀ ਤੁਸੀਂ ਉੱਥੇ ਕਿਉਂ ਭੇਜ ਰਹੇ, ਤੁਸੀਂ ਕਿਉਂ ਨਹੀਂ ਕਰਦੇ। ਬਿਲਕੁਲ, ਕਿਉਂਕਿ ਸਾਡੇ ਵੱਸ 'ਚ ਨਹੀਂ ਹੁੰਦਾ ਜੀ, ਕਿਉਂਕਿ ਇਹ ਹੈ ਕਿ ਭਰੋਸਾ ਹੁੰਦਾ ਲੋਕਾਂ ਨੂੰ ਕਿ ਅਸੀਂ ਪਹਿਲਾਂ ਵੀ ਇਹ ਚੀਜ਼ ਤੋਂ ਹੈਲਪ ਲੈ ਚੁੱਕੇ ਹਾਂ, ਇਹ ਹੈਲਪ ਵੀ ਸਾਨੂੰ ਇੱਥੋਂ ਹੀ ਜਿਹੜੀ ਆ ਉਹ ਮਿਲ ਜਾਵੇ ਤਾਂ ਵਧੀਆ ਗੱਲ ਹੈਗੀ। ਕਈ ਵਾਰ ਆ ਜਾਂਦਾ ਫੋਨ 'ਚ ਮੇਰਾ ਜਿਹੜਾ ਟੈਨੈਂਟ ਹੈ ਮੈਨੂੰ ਤੰਗ ਕਰ ਰਿਹਾ, ਮੈਂ ਦੱਸੋ ਇਹਦਾ ਹੱਲ ਕੱਢੋ। ਹੁਣ ਸਾਡੇ ਕੋਲ ਉਹਦੇ ਹੱਲ ਨਹੀਂ ਹੈਗੇ ਜੀ। ਬਿਲਕੁਲ, ਇਹ ਡਾਇਰੈਕਸ਼ਨਸ ਜਿਹੜੀਆਂ ਮਿਲ ਜਾਂਦੀਆਂ, ਉਹਨਾਂ ਨੂੰ ਪਤਾ ਕਿ ਤੁਸੀਂ ਸਹੀ ਥਾਂ ਦੇ ਉੱਤੇ ਭੇਜ ਦੋਗੇ ਕਿ ਅੱਛਾ ਇੱਥੋਂ ਤੁਹਾਨੂੰ ਸਲਾਹ ਜਿਹੜੀ ਉਹ ਮਿਲ ਸਕਦੀ ਹੈ। ਹੁਣ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਆ ਕੇ ਸਰਵਿਸਿਜ਼ ਜਿਹੜੀਆਂ ਲੈ ਸਕਦਾ ਆ, ਸੋ ਇਹਦੇ ਲਈ ਅਪਾਇੰਟਮੈਂਟ ਬਣਾਉਣੀ ਪੈਂਦੀ ਹੈ। ਜੋ ਜੇ ਕਿਤੇ ਕਿਸੇ ਨੂੰ ਲੋੜ ਹੈਗੀ, ਅਪਾਇੰਟਮੈਂਟ ਬਣਾਉਣੀ ਪੈਂਦੀ ਹੈ, ਫੋਨ ਕਰਨਾ ਪੈਂਦਾ, ਇਨ ਪਰਸਨ ਆ ਸਕਦੇ ਆ। ਡਿਪੈਂਡ ਕਰਦਾ ਵੀ ਕਿਸ ਟਾਈਪ ਦਾ ਪ੍ਰੋਗਰਾਮ ਉਹਨਾਂ ਨੇ ਸਰਵਿਸ ਅਵੇਲ ਕਰਨੀ ਹੈ। ਕੁਝ ਸਾਡੇ ਪ੍ਰੋਜੈਕਟ ਹੈਗੇ ਜਿਹੜੇ ਕਲਾਸਾਂ ਲੱਗਦੀਆਂ ਨੇ, ਠੀਕ ਹੈ ਨਾ, ਉਹ ਕੋਹੋਰਟਸ ਬਣੇ ਹੁੰਦੇ ਆ ਵੀ ਆ ਸੇ ਨਵੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਣਾ, ਉਹਦੀ ਇਨਟੇਕ ਹੁਣ ਸ਼ੁਰੂ ਹੋ ਜਾਏਗੀ ਤੇ ਉਹ ਜਿੰਨੇ ਉਹਨਾਂ ਨੂੰ 15-12 ਜਾਣੇ ਜਿੰਨੇ ਵੀ ਚਾਹੀਦੇ ਹੁੰਦੇ ਆ ਉਹ ਜਦੋਂ ਪੂਰੇ ਹੋ ਜਾਂਦੇ ਆ ਤੇ ਫਿਰ ਉਹ ਕੱਟ ਆਫ ਡੇ ਜੀ ਉਹ ਆਪਣਾ ਪ੍ਰੋਜੈਕਟ ਲਾ ਕੇ ਫਿਰ ਉਹਨਾਂ ਨੂੰ ਨੈਕਸਟ ਇਨਟੇਕ 'ਚ ਲੈ ਜਾਂਦੇ ਆ। ਤੇ ਜਿਹੜੀ ਇਨ ਪਰਸਨ ਹੈ ਉਹਨਾਂ ਨੂੰ ਜਿੱਦਾਂ ਵਾਕ ਇਨ ਆਉਂਦੇ ਆ ਐਜ਼ ਐਂਡ ਵੈਨ ਉਹਨਾਂ ਦੀ ਟਾਈਮ ਆਉਂਦਾ ਉਹਨਾਂ ਨੂੰ ਟੇਕ। ਹੁਣ ਇਹ ਤਾਂ ਨਹੀਂ ਵੀ 10 ਜਾਣੇ ਇਕੱਠੇ ਆ ਗਏ ਤੇ ਸਟਾਫ ਨੇ ਤਾਂ ਉਹਨਾਂ ਨੂੰ ਵਨ ਐਟ ਅ ਟਾਈਮ ਹੀ ਹੈਂਡਲ ਕਰਨਾ ਨਾ, ਤੇ ਜਾਂ ਫਿਰ ਉਹ ਅਪਾਇੰਟਮੈਂਟ ਜਿਹੜੀ ਪਹਿਲਾਂ ਹੀ ਦੱਸ ਦਿੰਦੇ ਵੀ ਆ ਸਾਡੇ ਅੱਜ ਦਿਨ ਕੋਈ ਅਪਾਇੰਟਮੈਂਟ ਨਹੀਂ ਹੈਗੀ, ਤੁਸੀਂ ਅਪਾਇੰਟਮੈਂਟ ਫੋਨ ਕਰੋ, ਅਪਾਇੰਟਮੈਂਟ ਬਣਾਓ, ਆਓ, ਦੈਟ ਇਜ਼ ਦ ਬੈਸਟ ਵੇ। ਠੀਕ ਹੈ, ਕਿਉਂਕਿ ਅਦਰਵਾਈਜ਼ ਤੁਸੀਂ ਆਓ ਤੇ ਉੱਥੇ ਜੇ ਬੰਦਾ ਅਵੇਲੇਬਲ ਹੀ ਹੈ ਨਹੀਂ ਗਾ ਤੇ ਇਹ ਤੁਹਾਡੀ ਫਿਰ ਉਹ ਅਪਾਇੰਟਮੈਂਟ ਫਿਰ ਵੀ ਉਹਨੇ ਬਣਾ ਕੇ ਦੇਣੀ ਹੈ ਜੀ। ਬਿਲਕੁਲ, ਸੋ ਇਹ ਹੈ ਕਿ ਸਰਵਿਸਿਜ਼ ਜਿਹੜੀਆਂ ਨੇ ਪੂਰੀਆਂ ਦਿੱਤੀਆਂ ਜਾ ਰਹੀਆਂ ਨੇ। ਪਰ ਅਜੇ ਅਸੀਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੀ ਗੱਲ ਕਰ ਰਹੇ ਹੈਗੇ ਆ। ਬਹੁਤ ਹੀ ਵਧੀਆ ਪ੍ਰੋਜੈਕਟ ਹੈ, ਸਾਡੀ ਕਮਿਊਨਿਟੀ ਦੇ ਲਈ ਪ੍ਰੋਜੈਕਟ ਹੈਗਾ। ਫਿਲਹਾਲ ਇਹ 2025 ਚ ਬਣਨਾ ਹੈ, ਪਰ ਤਿਆਰੀਆਂ ਜਿਹੜੀਆਂ ਨੇ ਉਹ ਹੁਰੇ ਤੋਂ ਸ਼ੁਰੂ ਹੈ, ਬਲਕਿ ਪਿਛਲੇ ਜੇ ਤੁਸੀਂ ਕਹੀਏ 6-7 ਸਾਲਾਂ ਤੋਂ ਇਸ ਤੇ ਕੰਮ ਹੋ ਰਿਹਾ ਹੈਗਾ ਆ। ਪਰ ਇਹਦੇ ਲਈ ਕਮਿਊਨਿਟੀ ਦਾ ਸਾਥ ਜ਼ਰੂਰੀ ਹੈ। ਕਮਿਊਨਿਟੀ ਦੀ ਲੋੜ ਹੈਗੀ ਹੈ ਫੰਡ ਰੇਜ਼ਿੰਗ ਦੇ ਲਈ, ਕਿਉਂਕਿ ਜਿਹੜਾ 5 ਮਿਲੀਅਨ ਦਾ ਟਾਰਗੇਟ ਹੈ ਸਾਡੀ ਕਮਿਊਨਿਟੀ ਦੇ ਲਈ ਕੁਝ ਵੀ ਨਹੀਂ, ਬਹੁਤ ਜ਼ਿਆਦਾ ਜਿਹੜੇ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਇਕੱਠੇ ਕਰਕੇ ਇੱਕ ਵਧੀਆ ਕਾਜ਼ ਦੇ ਲਈ ਦਿੱਤੇ ਨੇ। ਤੇ ਦਸਵੰਧ ਜਿਹੜਾ ਉਹ ਅਸੀਂ ਕੱਢਦੇ ਹੈਗੇ ਆ ਤੇ ਹਰ ਕੋਈ ਜਿਹੜਾ ਆਪਣਾ ਦਸਵੰਧ ਦਾ ਹਿੱਸਾ ਇਸ ਪ੍ਰੋਜੈਕਟ ਦੇ ਵਿੱਚ ਪਾ ਸਕਦਾ, ਕਿਉਂਕਿ ਕਮਿਊਨਿਟੀ ਦੀ ਡਿਮਾਂਡ ਹੈਗੀ ਹੈ। ਪਰ ਕਿੱਥੇ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ, ਕਿੱਥੇ ਇਨਫੋਰਮੇਸ਼ਨ ਲਈ ਜਾ ਸਕਦੀ ਹੈ? ਸਾਡੇ ਆਫਿਸ ਕਦੇ ਵੀ ਕਾਲ ਕਰ ਸਕਦੇ ਨੇ 6045967722 ਜਾਂ ਉੱਥੇ ਸਾਡੇ ਆਫਿਸ ਆ ਜਾਓ। ਠੀਕ ਹੈ, ਯੂਨਿਟ 205 12725 80th ਐਵਨਿਊ ਤੇ ਅਦਰਵਾਈਜ਼ ਸਾਡੀ ਵੈਬਸਾਈਟ ਤੇ ਜਾ ਸਕਦੇ ਨੇ। So we are available anytime and ਜਿੱਦਾਂ ਮੈਂ ਪਹਿਲਾਂ ਕਿਹਾ ਟੈਕਸ ਰਿਸੀਟ ਵੀ ਮਿਲੇਗੀ, ਪਲੱਸ ਜੇ ਉਹ ਚਾਹੁੰਦੇ ਆ ਤੇ ਇਨਫ ਫੰਡਸ ਦੇ ਕੇ ਨੇਮਿੰਗ ਰਾਈਟਸ ਵੀ ਆਪਣਾ ਨਾਮ ਪਵਾ ਸਕਦੇ ਨੇ ਜੀ। ਬਿਲਕੁਲ, ਤੇ ਅੱਜ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਪ੍ਰੋਜੈਕਟ ਵਰਕ ਕਰੇਗਾ, ਕਿਸ ਤਰ੍ਹਾਂ ਦੇ ਨਾਲ ਇਹਦੀ ਰੂਪਰੇਖਾ ਹੋਏਗੀ, ਕਦੋਂ ਇਹ ਬਣ ਕੇ ਤਿਆਰ ਹੋਏਗਾ। ਪਰ ਕਮਿਊਨਿਟੀ ਦੇ ਲਈ ਤੁਹਾਡਾ ਕੀ ਮੈਸੇਜ ਹੈ? ਕਮਿਊਨਿਟੀ ਲਈ ਮੇਰਾ ਇਹੀ ਮੈਸੇਜ ਹੈ ਵੀ ਇਹ ਕਮਿਊਨਿਟੀ ਦਾ ਹੀ ਪ੍ਰੋਜੈਕਟ ਹੈ ਤੇ ਕਮਿਊਨਿਟੀ ਲਈ ਵੀ ਬਣ ਰਿਹਾ ਤੇ ਜਿੱਦਾਂ ਤੁਸੀਂ ਹਮੇਸ਼ਾ ਸਾਡਾ ਸਹਿਯੋਗ ਦਿੱਤਾ ਉੱਦਾਂ ਹੀ ਸਾਡਾ ਸਹਿਯੋਗ ਦਿੰਦੇ ਰਹੋ। ਤੇ ਇਸ ਵੇਲੇ ਕਿਉਂਕਿ ਸਰਕਾਰ ਨੇ ਡਾਇਰੈਕਟਲੀ ਜ਼ਿੰਮੇਵਾਰੀ ਲਾਈ ਹੈ ਵੀ ਕਮਿਊਨਿਟੀ ਦਾ ਪ੍ਰੋਜੈਕਟ ਕਰਕੇ ਤੁਸੀਂ ਕਮਿਊਨਿਟੀ ਦਾ ਸਹਿਯੋਗ ਵਿਖਾਓ ਤੇ ਸਾਨੂੰ ਰਲ ਮਿਲ ਕੇ ਤਾਂ ਟੀਚਾ ਪੂਰਾ ਕਰਨਾ ਹੀ ਪੈਣਾ। ਤੇ ਉਹਦੇ ਲਈ ਜੋ ਤੁਹਾਡੇ ਮਨ ਦੀ ਇੱਛਾ ਆ ਜਾਂ ਤੁਹਾਡਾ
ਅਲਾਉ ਕਰਦਾ ਤੁਹਾਡਾ, ਉਹ ਤੁਸੀਂ ਜ਼ਰੂਰ ਡੋਨੇਟ ਕਰੋ। ਜੀ ਥੈਂਕ ਯੂ ਸੋ ਮੱਚ, ਤੁਸੀਂ ਟਾਈਮ ਟੂ ਟਾਈਮ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਰਹਿੰਦੇ ਆ। ਹੋਪਫੁਲੀ ਕਿ ਇਹ ਟੀਚਰ ਜਿਹੜਾ ਛੇਤੀ ਪੂਰਾ ਹੋਵੇ ਤੇ ਛੇਤੀ ਪ੍ਰੋਜੈਕਟ ਜਿਹੜਾ ਬਣੇ ਤਾਂ ਕਿ ਕਮਿਊਨਿਟੀ ਦੀ ਸੇਵਾ ਹੋ ਸਕੇ ਤੇ ਕਮਿਊਨਿਟੀ ਦੇ ਲੋਕ ਇਹਦੇ ਲਈ ਇਹਦਾ ਲਾਭ ਲੈ ਸਕਣ। ਸੋ ਥੈਂਕ ਯੂ ਸੋ ਮੱਚ ਸਤਬੀਰ ਚੀਮਾ ਜੀ, ਤੁਸੀਂ ਹਮੇਸ਼ਾ ਸਟੂਡੀਓ ਦੇ ਵਿੱਚ ਆ ਕੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਅਰਸ਼ਦੀਪ, ਤੁਹਾਡਾ ਬਹੁਤ। ਸੋ ਸਤਬੀਰ ਸਿੰਘ ਚੀਮਾ CEO ਪਿਕਸ ਦੇ ਜਿਹੜੇ ਅੱਜ ਪਹੁੰਚੇ ਹੋਏ ਸੀ ਸਟੂਡੀਓ ਦੇ ਵਿੱਚ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਜਿਹੜਾ ਬਣ ਰਿਹਾ, ਜਿਹਦੇ ਉੱਤੇ ਕੰਮ ਹੋ ਰਿਹਾ, ਜਿਹਦੇ ਵਿੱਚ ਲੌਂਗ ਟਰਮ ਕੇਅਰ ਦੇ ਲਈ ਸਾਡੇ ਸੀਨੀਅਰਸ ਦੇ ਲਈ ਬਹੁਤ ਸਾਰੀਆਂ ਸੇਵਾਵਾਂ ਹੋਣਗੀਆਂ, ਪਰ ਉਹਨੂੰ ਬਣਾਉਣ ਦੇ ਵਿੱਚ ਜਿਹੜਾ ਇਹਨਾਂ ਨੂੰ ਫੰਡ ਰੇਜ਼ ਕਰਨ ਦੀ ਲੋੜ ਹੈ। $5 ਮਿਲੀਅਨ ਜਿਹੜਾ ਹੈ ਉਹ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਪ੍ਰੋਵਿੰਸ ਦੇ ਦੁਆਰਾ ਕਿ ਤੁਸੀਂ ਇਹ ਇਕੱਠਾ ਕਰਨਾ। ਬਾਕੀ ਦਾ $77 ਮਿਲੀਅਨ ਪ੍ਰੋਵਿੰਸ ਦੇ ਦੁਆਰਾ ਤੇ ਸਿਰਫ $5 ਮਿਲੀਅਨ ਸਾਡੀ ਕਮਿਊਨਿਟੀ ਦੀ ਜ਼ਿੰਮੇਵਾਰੀ ਹੈ। ਇਹ ਪਿਕਸ ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੀ ਸਾਰਿਆਂ ਦੀ ਬਣਦੀ ਜ਼ਿੰਮੇਵਾਰੀ ਹੈ ਜੋ ਸਾਨੂੰ ਨਿਭਾਉਣੀ ਚਾਹੀਦੀ ਹੈ। ਸੋ ਜਿੰਨੀ ਵੀ ਤੁਹਾਡੀ ਜੇਬ ਅਲਾਉ ਕਰਦੀ ਹੈ, ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਓ। ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ, ਇਹਨਾਂ ਦੇ ਨੰਬਰ ਦੇ ਉੱਤੇ ਕਾਲ ਕੀਤਾ ਜਾ ਸਕਦਾ ਹੈ, ਈਮੇਲ ਕੀਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ ਆ, ਤੁਸੀਂ ਪਹਿਲਾਂ ਕੁਐਸਚਨ ਕਰਕੇ ਜਾਣਕਾਰੀ ਲੈ ਕੇ ਫਿਰ ਹੀ ਤੁਸੀਂ ਆਪਣਾ ਹਿੱਸਾ ਜਿਹੜਾ ਪਾ ਸਕਦੇ ਆ। ਪਰ ਇਹ ਬਹੁਤ ਵਧੀਆ ਪ੍ਰੋਜੈਕਟ ਹੈਗਾ ਸਾਡੇ ਸੀਨੀਅਰਸ ਦੇ ਲਈ। ਲੌਂਗ ਟਰਮ ਕੇਅਰ ਹੋਮ ਜਿਹੜੇ ਬਣਨ ਜਾ ਰਹੇ ਨੇ ਇੱਕ ਮਿਨੀ ਹਸਪੀਟਲ ਦੇ ਰੂਪ ਦੇ ਵਿੱਚ, ਇਹ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਜਿਹੜਾ ਬਣਨ ਜਾ ਰਿਹਾ ਹੈਗਾ, ਜ਼ਰੂਰ ਆਪਣਾ ਜਿਹੜਾ ਯੋਗਦਾਨ ਪਾਓ। ਅਸੀਂ ਇਸ ਬਾਰੇ ਇਨਫੋਰਮੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।